ਸਰਕਾਰਾਂ ਕੋਲੋਂ ਇਹੀ ਚਾਹੁੰਦੇ ਹਾਂ ਕਿ ਜਿਹੜੇ ਆਪਾਂ ਨੂੰ ਸੁਪਨੇ ਦਿਖਾਉਂਦੇ ਸਾਨੂੰ ਸੁਪਨੇ ਨਾ ਦਿਖਾਏ ਜਾਣ। ਚੰਨੀ ਸਾਹਿਬ ਆਉਂਦਿਆਂ ਨੂੰ ਐਲਾਨ ਤੇ ਐਲਾਨ ਕਰੀ ਜਾਂਦੇ, ਆਹ ਵੀ ਚੱਕ ਲਓ, ਉਹ ਵੀ ਚੱਕ ਲਓ, ਉਹ ਵੀ ਚੱਕ ਲਓ। ਅਸੀਂ ਇਹਨਾਂ ਨੂੰ ਮੁੱਖ ਮੰਤਰੀ ਨਹੀਂ ਮੰਨਦੇ, ਅਸੀਂ ਉਹਨਾਂ ਨੂੰ ਐਲਾਨ ਮੰਤਰੀ ਮੰਨਦੇ। ਸਰਕਾਰ ਦੇ ਤੇ ਪ੍ਰਸ਼ਾਸਨ ਦੀ ਜਿਹੜੀ ਕਾਰਗੁਜ਼ਾਰੀ ਹੈ ਜਾਂ ਉਹਨਾਂ ਦੀ ਮਨਸ਼ਾ ਹੈ ਉਹਦੇ ਵਿੱਚ ਢਿੱਲ ਹੈ। ਜਿਹੜੇ ਸਕੂਲ ਖੁੱਲ੍ਹੇ ਨੇ ਪ੍ਰਾਈਵੇਟ, ਉਹ ਇੱਕ ਸਿਰਫ ਧੰਦਾ ਬਣ ਕੇ ਰਹਿ ਗਿਆ। ਉੱਥੋਂ ਸਾਨੂੰ ਚੰਗੀ ਸਿੱਖਿਆ ਨਹੀਂ ਮਿਲਦੀ। ਸਰਕਾਰਾਂ ਅਸੀਂ ਬਣਾਉਂਦੇ ਹਾਂ, MLA MP ਅਸੀਂ ਚੁਣਦੇ ਹਾਂ, ਪਰ ਉਹਨਾਂ ਨੇ ਜਨਤਾ ਦੀ ਆਵਾਜ਼ ਕਦੇ ਵੀ ਚੁੱਕਣ ਨੂੰ ਅਹਿਮੀਅਤ ਨਹੀਂ ਦਿੱਤੀ। ਇੱਥੇ ਹੁਣ ਇਲੈਕਸ਼ਨਾਂ ਆਉਣੀਆਂ, ਸਾਰਿਆਂ ਨੇ ਬਹੁਤ ਹੀ ਵਧੀਆ ਬੁਲਾਉਣਾ, ਸਾਰਿਆਂ ਨੇ ਬਹੁਤ ਵਧੀਆ ਗੱਲਾਂ ਕਰਕੇ ਜਾਣੀਆਂ, ਤੇ ਦੂਸਰੇ ਦਿਨ ਜਦੋਂ ਵੋਟਾਂ ਪੈ ਗਈਆਂ ਉਦੋਂ ਉਹਨਾਂ ਨੂੰ ਫੋਨ ਕਰਕੇ ਦੇਖ ਲਿਓ ਕਿ ਤੁਸੀਂ ਕੱਲ MLA ਜੀ ਸਾਡੇ ਪਿੰਡ 'ਚ ਆਏ ਸੀ, ਅੱਜ ਆਹ ਗੱਲ ਆ। ਉਹਨਾਂ ਨੇ ਕਹਿਣਾ ਜੀ MLA ਇੱਥੇ ਹੈ ਨਹੀਂ, ਉਹ ਚੰਡੀਗੜ੍ਹ ਚਲੇ ਗਏ। ਐਲਾਨ ਹੀ ਐਲਾਨ, ਰੈਲੀਆਂ ਹੀ ਰੈਲੀਆਂ ਅਤੇ ਸਿਆਸੀ ਰੈਲੀਆਂ ਦੇ ਅੰਦਰ ਲੀਡਰ ਤੁਹਾਨੂੰ ਥਾਂ-ਥਾਂ ਆਪਣੀ ਗੱਲ ਸੁਣਾਉਣ ਦੇ ਲਈ ਪਹੁੰਚ ਰਹੇ ਨੇ ਅਤੇ ਉਹਨਾਂ ਪਹੁੰਚਦੀ ਹੋਈਆਂ ਰੈਲੀਆਂ ਦੇ ਅੰਦਰ ਉਹ ਆਪਣੀ ਗੱਲ ਸੁਣਾ ਰਹੇ ਨੇ। ਪਰ ਸਵਾਲ ਇਹ ਹੈ ਕਿ ਕੀ ਉਹ ਤੁਹਾਡੀ ਗੱਲ ਸੁਣ ਰਹੇ ਨੇ? 5 ਸਾਲ ਤੋਂ ਬਾਅਦ ਵੀ ਕੀ ਉਹ ਤੁਹਾਡੀ ਗੱਲ ਸੁਣਨਗੇ ਜਾਂ ਆਉਣ ਵਾਲੇ ਸਮੇਂ ਦੇ ਅੰਦਰ ਵੀ ਇਹ ਦਸਤੂਰ ਰਹੇਗਾ ਕਿ ਲੀਡਰ ਨੂੰ ਅਸੀਂ ਉਹਦੀ ਆਓ ਭਗਤ ਇੱਕ ਵੱਡੇ ਮਹਿਮਾਨ ਜਾਂ ਰਾਜੇ ਮਹਾਰਾਜਿਆਂ ਦੀ ਤਰ੍ਹਾਂ ਕਰਾਂਗੇ, ਪਰ ਆਮ ਲੋਕ ਉਹਨਾਂ ਦੀ ਸਿਰਫ ਇਸ ਤਰ੍ਹਾਂ ਹੀ ਮਹਿਮਾਨ ਨਵਾਜ਼ੀ ਕਰਨਗੇ ਕਿਉਂਕਿ ਉਹ ਵੱਡੇ ਬੰਦੇ ਨੇ। ਪੰਜਾਬ ਦੇ ਅੰਦਰ ਜਾਂ ਭਾਰਤ ਦੇ ਅੰਦਰ ਜਦੋਂ ਦੇਸ਼ ਆਜ਼ਾਦ ਹੋਇਆ ਤੇ ਸੰਵਿਧਾਨ ਨੇ ਸਿਆਸੀ ਆਗੂ ਨੂੰ ਲੋਕਾਂ ਦਾ ਸੇਵਕ ਦੇ ਤੌਰ ਤੇ ਟ੍ਰੀਟ ਕੀਤਾ ਸੀ ਜਾਂ ਬਣਵਾਇਆ ਸੀ। ਇਸੇ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਆਪ ਨੂੰ ਪ੍ਰਧਾਨ ਸੇਵਕ ਕਹਿੰਦੇ ਨੇ। ਸਮੇਂ ਦਾ ਦਸਤੂਰ ਇਹੋ ਜਿਹਾ ਹੈ ਕਿ ਆਮ ਆਦਮੀ ਨਹੀਂ ਹੈ ਅਤੇ ਉਹਨੂੰ ਆਮ ਆਦਮੀ ਸਾਬਤ ਕਰਨ ਦੇ ਲਈ ਹੈਲੀਕਾਪਟਰ ਦੇ ਅੰਦਰ ਬੱਚਿਆਂ ਨੂੰ ਝੂਟੇ ਦਿਵਾਉਣੇ ਪੈਂਦੇ ਨੇ ਅਤੇ ਇਸੇ ਤਰ੍ਹਾਂ ਕਿਸੇ ਆਗੂ ਨੂੰ ਵੱਡੀਆਂ ਦੁਕਾਨਾਂ ਤੇ ਜਲੇਬੀਆਂ ਤਲਣੀਆਂ ਪੈਂਦੀਆਂ ਨੇ ਅਤੇ ਇਸੇ ਦਸਤੂਰ ਦੇ ਅੰਦਰ ਬਾਰ-ਬਾਰ ਦੱਸਣਾ ਪੈਂਦਾ ਹੈ ਕਿ ਮੈਂ ਆਮ ਬੰਦਾ ਹਾਂ। ਆਮ ਬੰਦੇ ਦੀ ਕੌਣ ਸੁਣਦਾ ਆ? ਪੰਚਾਇਤ ਇੱਕ ਖੂਬਸੂਰਤ ਇਕਾਈ ਹੈ, ਉਸ ਪੰਚਾਇਤ ਦੀ ਸੁਣਨੀ ਬਹੁਤ ਜ਼ਰੂਰੀ ਹੈ, ਇਲੈਕਸ਼ਨ ਚਾਹੇ ਲੋਕ ਸਭਾ ਦਾ ਹੋਵੇ ਜਾਂ ਪਿੰਡਾਂ ਦਾ ਹੋਵੇ। ਸਤਿ ਸ਼੍ਰੀ ਅਕਾਲ, ਮੈਂ ਹਰਪ੍ਰੀਤ ਸਿੰਘ ਕਾਲੋਂ ਅਤੇ ਤੁਸੀਂ ਵੇਖ ਰਹੇ ਹੋ ਦੀ ਅਨਮਿਊਟ ਦੇ ਚੋਣ ਪੰਚਾਇਤ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਪਹੁੰਚੇ ਹੋਏ ਹਾਂ ਪਿੰਡ ਸੀਚੇਵਾਲ। ਉਹ ਪਿੰਡ ਜਿਨ੍ਹੇ ਆਪਣੀ ਉਦਾਹਰਨ ਦੇ ਨਾਲ ਪੂਰੀ ਦੁਨੀਆ ਨੂੰ ਮੋਹ ਲਿਆ ਅਤੇ ਸੀਚੇਵਾਲ ਮਾਡਲ ਦੀ ਤਰ੍ਹਾਂ ਦੇ ਉੱਤੇ ਹਰ ਪਿੰਡ ਆਪਣੇ ਆਪ ਨੂੰ ਖੂਬਸੂਰਤ ਬਣਾਉਣਾ ਚਾਹੁੰਦਾ ਹੈ। पहला पानी जियो है जित हरिया सबको पहला पानी जियो है जित हरिया सबको जेते दाने अन के जियां बाज न कोए पहला पानी जियो है जित हरिया सबको ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ। ਇਹ ਨੇ ਪਿੰਡ ਸੀਚੇਵਾਲ ਦੇ ਸਰਪੰਚ ਤਜਿੰਦਰ ਸਿੰਘ, ਜਿਹੜੇ PhD ਦੀ ਤਿਆਰੀ ਕਰ ਰਹੇ ਨੇ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੜ੍ਹੇ ਨੇ ਅਤੇ ਮੈਂ ਇਹਨਾਂ ਨੂੰ ਆਉਂਦਿਆਂ ਇਹ ਸਵਾਲ ਪੁੱਛਿਆ ਕਿ ਜੇ PhD ਕਰਕੇ ਵੀ ਨੌਕਰੀ ਨਹੀਂ ਮਿਲੀ ਤਾਂ ਕੀ ਕਰੋਗੇ, ਤੇ ਇਹ ਕਹਿੰਦੇ ਕਿ ਹੱਥ 'ਚ ਮਾਈਕ ਫੜਾਂਗੇ ਤੇ ਪੱਤਰਕਾਰ ਬਣ ਜਾਵਾਂਗੇ। ਇਸ ਦੌਰ ਦੇ ਅੰਦਰ ਪੱਤਰਕਾਰ ਬਣਨਾ ਬੜੀ ਖੂਬਸੂਰਤ ਨੌਕਰੀ ਹੈ ਅਤੇ ਲੋਕਾਂ ਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਹੋ ਹੀ ਰੈਵਨਿਊ ਦਾ ਆਖਰੀ ਮਾਡਲ ਹੈ, ਕਿਉਂਕਿ ਜੇ ਤੁਸੀਂ ਸਰਕਾਰ ਦੇ ਕੋਲ ਨੌਕਰੀ ਲੈਣ ਜਾਓਗੇ ਤਾਂ 12 ਸਾਲ 14 ਸਾਲ ਬਾਅਦ ਵੀ ਧਰਨੇ ਲਾਉਣੇ ਪੈਣਗੇ ਕਿਉਂਕਿ ਤੁਸੀਂ ਕੱਚੇ ਮੁਲਾਜ਼ਮ ਹੋ। ਇਸੇ ਦਸਤੂਰ ਦੇ ਅੰਦਰ ਅੱਜ ਆਪਾਂ ਪਿੰਡ ਸੀਚੇਵਾਲ ਦੀ ਪੰਚਾਇਤ ਕੋਲ ਪਹੁੰਚੇ ਹੋਏ ਹਾਂ ਅਤੇ ਇਹਨਾਂ ਤੋਂ ਸਮਝਾਂਗੇ, ਇਹਨਾਂ ਦੀਆਂ ਗੱਲਾਂ ਨੂੰ ਤੁਹਾਡੇ ਤੱਕ ਪਹੁੰਚਾਵਾਂਗੇ ਤਾਂ ਕਿ ਸਰਕਾਰ ਸਮਝੇ ਕਿ ਇੱਕ ਪੰਚਾਇਤ ਤੁਹਾਡੇ ਤੋਂ ਕੀ ਉਮੀਦ ਕਰਦੀ ਹੈ। ਵਾਰੋ ਵਾਰੀ ਆਪਾਂ ਸਾਰੇ ਨਾਲ ਗੱਲ ਕਰਾਂਗੇ। ਅਸੀਂ ਸਰਕਾਰਾਂ ਕੋਲੋਂ ਇਹੀ ਚਾਹੁੰਦੇ ਹਾਂ ਕਿ ਜਿਹੜੇ ਆਪਾਂ ਨੂੰ ਸੁਪਨੇ ਦਿਖਾਉਂਦੇ ਸਾਨੂੰ ਸੁਪਨੇ ਨਾ ਦਿਖਾਏ ਜਾਣ। ਜਿੱਦਾਂ ਬਿਜਲੀ ਮਾफ़ ਕਰ ਦਿੱਤੀ, ਸਾਨੂੰ ਬਿਜਲੀ ਮਾफ़ ਨਹੀਂ ਚਾਹੀਦੀ, ਉਹਦਾ ਪੂਰਾ ਸਹੀ ਰੇਟ ਮਿਲੇ, ਅਸੀਂ ਵੀ ਦੇਣ ਨੂੰ ਤਿਆਰ ਹਾਂ।
ਲੇਕਿਨ ਉਹਦੇ ਵਿੱਚ ਸਾਨੂੰ ਸਹੂਲਤਾਂ ਕਿਹੜੀਆਂ ਚਾਹੀਦੀਆਂ, ਸਾਨੂੰ ਜਿਹੜੀ ਆ ਐਜੂਕੇਸ਼ਨ ਇਹ ਫ੍ਰੀ ਹੋ ਜਾਵੇ। ਫਿਰ ਹੈਲਥ ਜਿਹੜਾ ਇਹਦਾ ਕੋਈ ਸਿਸਟਮ ਨਹੀਂ ਹੈਗਾ। ਤੁਸੀਂ ਹਸਪਤਾਲਾਂ ਵਿੱਚ ਜਾਓ, ਤੁਹਾਡੇ ਮਤਲਬ ਕਹਿ ਲਓ ਕਿ ਉਹਦੀ ਸ਼ੈੱਲ ਲਾਈ ਜਾਂਦੀ ਹਰੇਕ ਆਦਮੀ ਦੀ, ਉਹਨੂੰ ਮੌਕੇ 'ਤੇ ਉਸ ਨੂੰ ਇਲਾਜ ਨਹੀਂ ਮਿਲਦਾ। ਪਤਾ ਨਹੀਂ ਕਿੰਨੇ ਕਿੰਨੇ ਖਰਚੇ ਕਰਕੇ ਤੁਸੀਂ ਇਲਾਜ ਕਰਵਾਉਂਦੇ। ਗਰੀਬ ਬੰਦਾ ਇਲਾਜ ਕਰਵਾ ਨਹੀਂ ਸਕਦਾ। ਇਹ ਇਕੱਲਾ ਇਲਾਜ ਹੀ ਤੁਸੀਂ ਫ੍ਰੀ ਕਰ ਦਿਓ ਕਿ ਪੂਰੀ ਜਿਹੜੀ ਆ ਦੁਨੀਆ ਸੁਖੀ ਹੋ ਜਾਵੇ। ਇਹੋ ਜਿਹੇ ਸਾਨੂੰ ਸਹੂਲਤਾਂ ਚਾਹੀਦੀਆਂ, ਨਾ ਕਿ ਸਾਨੂੰ ਲਾਰੇ। ਅਤੇ ਲਾਰਿਆਂ ਦਾ ਕਰਕੇ ਚਲੋ ਅਸੀਂ ਵੀ ਕਈ ਵਾਰ ਭਰਮੇ 'ਚ ਆ ਜਾਂਦੇ ਹਾਂ ਵੀ ਸ਼ਾਇਦ ਹੋ ਸਕਦਾ ਸਾਡੇ ਕੋਲ ਹੋਰ ਕੋਈ ਜ਼ਰੀਆ ਵੀ ਨਹੀਂ ਹੁੰਦਾ ਵੀ ਸ਼ਾਇਦ ਕਰ ਦੇਣਗੇ, ਪਰ ਹੁੰਦਾ ਉਹੀ ਹਾਲ ਆ ਜੋ ਬਸ ਅੱਜ ਕੁਛ ਕਹਿ ਗਏ ਅਤੇ ਮੁੜ ਕੇ ਉਸ ਗੱਲ 'ਤੇ ਪੂਰਾ ਖਰੇ ਨਹੀਂ ਉਤਰਦੇ। ਬਿਲਕੁਲ। ਤੁਸੀਂ ਜਦੋਂ ਨਵਾਂ ਇਲੈਕਸ਼ਨ ਸਾਡੇ ਕੋਲ ਪਹੁੰਚ ਰਿਹਾ ਤੇ ਤੁਹਾਡੇ ਕੋਲ ਸਿਆਸੀ ਆਗੂ ਇਹਨਾਂ 5 ਸਾਲਾਂ ਦੇ ਵਿੱਚ ਕੌਣ ਆਏ ਹੋ, ਆ ਕੇ ਉਹਨਾਂ ਨੇ ਕੀ ਕਿਹਾ, ਕੁਛ ਹੈ ਯਾਦ? ਜੇ ਸੱਚੀ ਗੱਲ ਕਹਾਂ ਤਾਂ ਮੇਰਾ ਗੱਲ ਕਈਆਂ ਨੂੰ ਚੰਗੀ ਨਹੀਂ ਲੱਗਣੀ, ਤੇ ਮੇਰੀ ਆਦਤ ਆ ਮੈਂ ਕਹਿ ਦਿੰਦਾ ਹੁੰਦਾ ਜੀ, ਮੈਂ ਕਦੇ ਉਸ ਚੀਜ਼ ਤੋਂ ਪਿੱਛੇ ਨਹੀਂ ਹਟਦਾ। 2017 ਦੀ ਇਲੈਕਸ਼ਨ ਹੋਈ, ਅੱਜ ਤੋਂ 5 ਸਾਲ ਪਹਿਲਾਂ, ਸਾਰੀਆਂ ਪਾਰਟੀਆਂ ਦੇ ਕੈਂਡੀਡੇਟ ਇੱਥੇ ਸਾਡੇ ਪਹੁੰਚ ਕੀਤੀ। ਸਾਰੇ ਕੈਂਡੀਡੇਟਾਂ ਨੇ ਆਪਣੇ ਆਪਣੇ ਵਿਚਾਰ, ਆਪਣਾ ਆਪਣਾ ਸਾਰਾ ਕੁਝ ਦੱਸਿਆ। ਬੜੇ ਵੱਡੇ ਵੱਡੇ ਵਾਅਦੇ ਕੀਤੇ, ਪਰ ਵਾਅਦਾ ਕੋਈ ਵਫਾ ਨਹੀਂ ਹੋਇਆ। ਕੈਪਟਨ ਸਾਹਿਬ 5 ਸਾਲ 4.5 ਸਾਲ ਆਪਣੇ ਮਹਿਲਾ 'ਚੋਂ ਨਹੀਂ ਨਿਕਲੇ। ਹੁਣ ਆ ਗਏ ਚੰਨੀ ਸਾਹਿਬ। ਚੰਨੀ ਸਾਹਿਬ ਆਉਂਦਿਆਂ ਨੂੰ ਐਲਾਨ ਤੇ ਐਲਾਨ ਕਰੀ ਜਾਂਦੇ, ਆਹ ਵੀ ਚੱਕ ਲਓ, ਉਹ ਵੀ ਚੱਕ ਲਓ, ਉਹ ਵੀ ਚੱਕ ਲਓ। ਅਸੀਂ ਇਹਨਾਂ ਨੂੰ ਮੁੱਖ ਮੰਤਰੀ ਨਹੀਂ ਮੰਨਦੇ, ਅਸੀਂ ਉਹਨਾਂ ਨੂੰ ਐਲਾਨ ਮੰਤਰੀ ਮੰਨਦੇ। ਇੱਕ ਪਿੰਡ ਬੁਨਿਆਦੀ ਤੌਰ ਤੇ ਕੀ ਚਾਹੁੰਦਾ ਹੁੰਦਾ ਆ? ਜੇ ਮੰਨ ਲਓ ਕਿ ਤੁਹਾਡੇ ਪਿੰਡ ਦੇ ਵਿੱਚ ਤੁਸੀਂ ਕੀ ਚਾਹੁੰਦੇ ਹੋ, ਇੱਕ ਪਿੰਡ ਕਿਸੇ ਆਗੂ ਤੋਂ ਕੀ ਚਾਹੁੰਦਾ ਆ? ਜੇ ਅੱਜ ਗੱਲ ਕਰੀਏ ਕਿ ਸਾਡੇ ਮੂੰਹ ਦੇ ਵਿੱਚ ਗੱਲਾਂ ਪਾਈਆਂ ਹੀ ਜਾਂਦੀਆਂ ਆ, ਸਾਡੇ ਕੋਲੋਂ ਪੁੱਛਿਆ ਨਹੀਂ ਜਾਂਦਾ ਕਦੇ ਵੀ ਤੁਹਾਡਾ ਦੁੱਖ ਕੀ ਆ। ਜਿਹੜੇ ਸਾਡੀ ਬੁਨਿਆਦੀ ਲੋੜਾਂ ਆ ਲੋਕਾਂ ਦੀਆਂ, ਸਿਹਤ ਸਹੂਲਤ ਤੇ ਵਿੱਦਿਆ, ਉਹਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਕਿ ਬਸ ਕਰ ਦਿੱਤਾ ਜੀ, ਹੋ ਗਿਆ ਜੀ, ਮਿਲਦਾ ਕੁਛ ਨਹੀਂ। ਰਹੀ ਗੱਲ ਬਾਕੀ ਸਹੂਲਤਾਂ ਦੀ ਗੱਲਾਂ ਦੀ, ਜਿਵੇਂ ਆਟਾ ਦਾਲਾਂ ਸਕੀਮਾਂ ਇੱਕ ਤਰ੍ਹਾਂ ਨਾਲ ਸਾਨੂੰ ਮੰਗਤੇ ਬਣਾਇਆ ਜਾ ਰਿਹਾ। ਸਾਡੇ ਲੋਕਾਂ ਨੂੰ, ਹੇਠਲੇ ਪੱਧਰ 'ਤੇ ਲੋਕਾਂ ਨੂੰ ਇੰਨੀ ਸੋਚ ਨਹੀਂ ਹੁੰਦੀ ਕਿ ਸਾਡੇ ਲਈ ਚਾਹੀਦਾ ਕੀ ਸੀ ਅਤੇ ਮਿਲ ਕੀ ਰਿਹਾ। ਇੱਕ ਵਾਰ ਇੱਥੇ ਸਾਡੇ ਮੁੱਖ ਆਗੂ ਸੀ, ਉਹਨਾਂ ਨੂੰ ਸਵਾਲ ਕਰ ਬੈਠੇ ਬਾਬਾ ਜੀ ਦੇ ਡੇਰੇ ਵੀ ਸਾਡੇ ਦੁਆਬੇ ਦੇ ਹਿੱਸੇ ਦਾ ਪਾਣੀ ਕਿੱਥੇ ਜਾਂਦਾ, ਅਤੇ ਸਾਨੂੰ ਬਹੁਤ ਟੇਢਾ ਜਵਾਬ ਦਿੱਤਾ ਗਿਆ ਸੀ। ਮਤਲਬ ਜਦੋਂ ਜਿਹੜੀਆਂ ਚੀਜ਼ਾਂ ਦੀ ਸਾਨੂੰ ਲੋੜ ਹੁੰਦੀ ਆ ਉਹ ਤਾਂ ਪੁੱਛਿਆ ਹੀ ਨਹੀਂ ਜਾਂਦਾ ਸਾਨੂੰ। ਹੋਰ ਮੁੱਦੇ ਨਵੇਂ ਖੜੇ ਕਰਕੇ ਸਾਡੇ ਮੂੰਹ ਵਿੱਚ ਪਾਏ ਜਾਂਦੇ ਆ ਕਿ ਤੁਸੀਂ ਪਾਣੀ ਤੋਂ ਭਾਵ ਤੁਸੀਂ ਨਹਿਰੀ ਸਿਸਟਮ ਦੀ ਗੱਲ ਕਰ ਰਹੇ ਹੋ? ਹਾਂਜੀ ਬਿਲਕੁਲ। ਸਾਡੇ ਦੁਆਬੇ ਦੇ ਹਿੱਸੇ ਦਾ ਪਾਣੀ ਬਿਲਕੁਲ ਨਹੀਂ ਮਿਲ ਰਿਹਾ ਸਾਨੂੰ। ਮੇਰਾ ਖਿਆਲ ਹੈ ਅਸੀਂ ਛੋਟੇ ਸੀ, ਸਨ 80 ਤੋਂ ਮੈਂ ਦੇਖਦਾ ਕਿ ਪਾਣੀ ਦੁਆਬੇ ਦੇ ਹਿੱਸੇ ਦਾ ਗਾਇਬ ਆ, ਅਤੇ ਉਹ ਹਜੇ ਤੱਕ ਵੀ ਨਹੀਂ ਮਿਲਿਆ ਸਾਨੂੰ। ਮਤਲਬ ਇਹੋ ਜਿਹੀਆਂ ਬੁਨਿਆਦੀ ਲੋੜਾਂ, ਸਾਡਾ ਪਾਣੀ ਦਿਨੋਂ ਦਿਨ ਥੱਲੇ ਜਾ ਰਿਹਾ। ਜੇ ਨਹਿਰੀ ਪਾਣੀ ਅੱਜ ਹੁੰਦਾ ਤਾਂ ਸ਼ਾਇਦ ਕੁਛ ਰਾਹਤ ਹੁੰਦੀ। ਅਤੇ ਜਿਹੜੀ ਸਾਡੀ ਸਿੱਖਿਆ ਦੀ ਸਹੂਲਤ ਆ ਦਿਨੋਂ ਦਿਨ ਨਿੱਘਰ ਰਹੀ ਆ। ਬਾਹਰੋਂ ਕਲੀ ਕਰਕੇ ਸਕੂਲ ਨਹੀਂ ਬਣਨੇ। ਜਿਹੜੇ ਪ੍ਰਾਈਵੇਟ ਸਕੂਲ ਆ ਦਿਨੋਂ ਦਿਨ ਵੱਡੇ ਹੁੰਦੇ ਜਾ ਰਹੇ ਆ, ਸਰਕਾਰੀ ਸਕੂਲ ਖਤਮ ਹੋ ਰਹੇ ਆ। ਉਹ ਸਾਨੂੰ ਸਾਰਿਆਂ ਨੂੰ ਪਤਾ, ਕਿਉਂਕਿ ਇੱਥੇ ਗਰੀਬਾਂ ਦੇ ਬੱਚੇ ਪੜ੍ਹਦੇ ਆ, ਉਹਨਾਂ ਨੂੰ ਪਤਾ ਹੀ ਨਹੀਂ ਕਿ ਅਸੀਂ ਕਿਹਦੇ ਕੋਲ ਮੰਗੀਏ। ਅਤੇ ਆਮ ਪਬਲਿਕ ਜਿਹੜੀ ਸਾਡੇ ਵਰਗੇ ਆ ਨਾ, ਆਮ ਪਬਲਿਕ, ਇਹ ਮੌਕੇ 'ਤੇ ਅਸੀਂ ਸਿਰਫ 2-4 ਗੱਲਾਂ ਦੇ ਲਾਰਿਆਂ ਵਿੱਚ ਵੀ ਤੇਰਾ ਨਿੱਜੀ ਕੰਮ ਨਹੀਂ ਕੋਈ ਰੁਕਣ ਦਿੰਦੇ, ਉੱਤੇ ਵਿਕ ਕੇ ਅਸੀਂ ਵੋਟਾਂ ਪਾ ਦਿੰਦੇ ਹਾਂ, ਅਤੇ ਬਾਅਦ ਦੇ ਵਿੱਚ ਉਹ ਵਾਅਦੇ ਵਫਾ ਨਹੀਂ ਹੁੰਦੇ। ਇਹ ਸਾਡੀ ਬਹੁਤ ਵੱਡੀ ਤਰਾਸਦੀ ਆ। ਤੁਹਾਡੀ ਕੀ ਉਮੀਦ ਸੀ ਸਰਕਾਰ ਤੋਂ ਪਿਛਲੇ 5 ਸਾਲਾਂ ਦੇ ਵਿੱਚ? ਉਹ ਉਮੀਦ ਤੇ ਕਿੰਨੀ ਕੁ ਖਰੀ ਉਤਰੀ ਹੈ ਸਰਕਾਰ? ਇੱਥੇ ਜਿੰਨੇ ਵੀ ਕੈਂਡੀਡੇਟ ਆਏ, ਹਰੇਕ ਪਾਰਟੀ ਨੇ ਇੱਥੇ ਮਹਾਂਪੁਰਖਾਂ ਨੂੰ ਐਫੀਡੇਵਿਟ ਵੀ ਦਿੱਤੇ ਸਾਈਨ ਕਰਕੇ। ਮੈਂ ਚਾਹੁੰਦਾ ਵੀ ਜੇ ਹੁਣ 2022 ਦੀ ਇਲੈਕਸ਼ਨ ਆ ਰਹੀ ਹੈ ਵੀ ਆਪਾਂ ਪਿੰਡ ਦੇ ਵਿੱਚ ਇਹ ਪੁੱਛੀਏ ਸਵਾਲ, ਜਿੱਦਾਂ ਕਹ ਲਓ ਕਿ ਸਾਡੇ ਪਿੰਡ ਦੇ ਵਿੱਚ ਹੀ ਆ ਕੈਂਸਰ ਦੇ ਨਾਲ ਬਹੁਤ ਵੱਡੇ ਲੈਵਲ 'ਤੇ ਮੌਤਾਂ ਹੋਈਆਂ, ਅਤੇ ਇਲਾਕੇ ਦੀ ਗੱਲ ਆਪਾਂ ਬਾਅਦ ਹੀ ਕਰਦੇ ਹਾਂ। ਉਹਦਾ ਵੱਡਾ ਕਾਰਨ ਆ ਵੀ ਸਾਡਾ ਇੱਥੇ, ਚਾਹੇ ਆਪਾਂ ਚਿੱਟੀ ਵੇਈ ਦੀ ਗੱਲ ਕਰ ਲਈਏ, ਕਿੰਨੀ ਗੰਦਗੀ ਆ, ਚਾਹੇ ਆਪਾਂ ਕਾਲਾ ਸੰਘਾ ਡਰੇਨ ਦੀ ਗੱਲ ਕਰ ਲਈਏ, ਕਿੰਨਾ ਗੰਦ ਆ। ਉਸ ਪਾਸੇ ਸਰਕਾਰ ਦਾ ਮੈਂ ਧਿਆਨ ਦਿਵਾਉਣਾ ਚਾਹੁੰਦਾ
ਬਈ ਉਸ ਪਾਸੇ ਵੀ ਇਕੱਲਾ ਕਰਜ਼ਾ ਮੁਆਫੀ ਨਾਲ ਜਾਂ ਹੋਰ ਜੋ ਹੁਣ ਵਾਅਦੇ ਤੇ ਵਾਅਦੇ ਹੋ ਰਹੇ ਆ, ਐਲਾਨਾਂ ਤੇ ਐਲਾਨ ਹੋ ਰਹੇ ਆ, ਵੀ ਉਹਨਾਂ ਦੇ ਨਾਲ ਕੁਝ ਨਹੀਂ ਬਣਨਾ। ਵੀ ਜਿਹੜੀਆਂ ਸਾਡੀਆਂ ਬੁਨਿਆਦੀ ਲੋੜਾਂ ਵਾ ਉਹਨਾਂ ਵੱਲ ਧਿਆਨ ਦਿੱਤਾ ਜਾਵੇ। ਇਹ ਗੱਲ ਜਿਹੜੀ ਭਾਈ ਸਾਹਿਬ ਕਹਿ ਰਹੇ ਨੇ ਇਹਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ। ਉਹ ਇਸ ਕਰਕੇ ਕਿਉਂਕਿ ਪੂਰੇ ਪੰਜਾਬ ਦੇ ਅੰਦਰ ਸੀਚੇਵਾਲ ਮਾਡਲ ਦੀ ਬਹੁਤ ਕਦਰ ਕੀਤੀ ਜਾਂਦੀ ਹੈ। ਇਸ ਪਿੰਡ ਨੇ ਆਪਣੀ ਆਬੋ ਹਵਾ ਨੂੰ ਬਹੁਤ ਬਿਹਤਰ ਬਣਾਇਆ ਹੈ, ਆਪਣੇ ਸੀਵਰੇਜ ਸਿਸਟਮ ਨੂੰ ਬਿਹਤਰ ਬਣਾਇਆ ਹੈ, ਦਰਖਤ ਲਗਾਏ ਨੇ, ਆਪਣੇ ਪਿੰਡ ਦੀ ਨੁਹਾਰ ਨੂੰ ਬਦਲਿਆ। ਜਿਸ ਪਿੰਡ ਦੀ ਐਡੀ ਵੱਡੀ ਮਿਸਾਲ ਹੈ, ਉਸ ਪਿੰਡ ਦੀ ਇੱਕ ਗਰਾਊਂਡ ਰਿਪੋਰਟ ਇਹ ਹੈ ਕਿ 2018 ਤੋਂ ਲੈ ਕੇ ਜੇ ਆਪਾਂ 2020 ਤੱਕ ਦਾ ਪੂਰਾ ਡਾਟਾ ਹੀ ਚੁੱਕ ਲਈਏ ਤੇ 23 ਮੌਤਾਂ ਇਕੱਲੀਆਂ ਕੈਂਸਰ ਦੇ ਨਾਲ ਇਸ ਪਿੰਡ ਦੇ ਵਿੱਚ ਹੋ ਗਈਆਂ ਨੇ। ਹੁਣ ਇਸ ਪਿੰਡ ਦੇ ਵਿੱਚ ਲੋਕਾਂ ਦਾ ਸਵਾਲ ਇਹ ਹੈ ਕਿ ਬਤੌਰ ਪਿੰਡ ਨਿਵਾਸੀ ਹੁੰਦਿਆਂ ਅਸੀਂ ਆਪਣੇ ਪਿੰਡ ਨੂੰ ਬਿਹਤਰ ਤਾਂ ਕਰ ਸਕਦੇ ਹਾਂ, ਪਰ ਇੱਕ ਪਿੰਡ ਜਦੋਂ ਬਿਹਤਰ ਹੁੰਦਾ ਹੈ ਤੇ ਉਹਦੇ ਵਿੱਚ ਕੈਂਸਰ ਦੇ ਮਰੀਜ਼ ਇਸ ਤਰ੍ਹਾਂ ਆਉਂਦੇ ਨੇ, ਉਹਨਾਂ ਦੀ ਮੌਤ ਹੁੰਦੀ ਹੈ ਤੇ ਉਹ ਫਿਰ ਨੇੜੇ ਤੇੜੇ ਦੀ ਚਿੱਟੀ ਵੇਈ ਦੇ ਪ੍ਰਭਾਵ ਦੇ ਵਿੱਚ ਅਜਿਹਾ ਹੋ ਰਿਹਾ ਹੈ। ਇੱਥੋਂ ਦਾ ਪਾਣੀ ਬਦਲ ਰਿਹਾ ਹੈ, ਆਬੋ ਹਵਾ ਬਦਲ ਰਹੀ ਹੈ। ਉਹਦਾ ਹੱਲ ਪਿੰਡ ਵਾਸੀਆਂ ਕੋਲ ਨਹੀਂ ਹੈ, ਉਹਦਾ ਹੱਲ ਤਾਂ ਸਰਕਾਰ ਕੋਲ ਹੈ। ਚਿੱਟੀ ਵੇਈ ਦਾ ਮਸਲਾ ਇਹ ਹੈ ਕਿ ਇਸ ਦੇ ਵਿੱਚ 3 ਡਰੇਨਾਂ ਆ ਕੇ ਮਿਲਦੀਆਂ ਨੇ। ਜਮਸ਼ੇਦ ਡਰੇਨ ਆ ਕੇ ਮਿਲਦੀ ਹੈ, ਕਾਲਾ ਸੰਘਿਆ ਡਰੇਨ ਆ ਕੇ ਮਿਲਦੀ ਹੈ ਤੇ ਫਗਵਾੜਾ ਡਰੇਨ। ਇਲੈਕਟ੍ਰੋਪਲੇਟਿੰਗ ਇੰਡਸਟਰੀ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਲੈਦਰ ਕੰਪਲੈਕਸ ਹੋਵੇ, ਬਿਨਾਂ ਟਰੀਟਮੈਂਟ ਤੋਂ ਉਸ ਦੇ ਵਿੱਚ ਉਹ ਪਾਣੀ ਆ ਰਿਹਾ। ਉਹਦੀ ਬਦਬੂ ਦੇ ਨਾਲ ਚਿੱਟੀ ਵੇਈ ਦੇ ਕੰਢੇ ਪਿੰਡਾਂ ਦਾ ਜਿੰਨਾ ਬੁਰਾ ਹਾਲ ਹੈ, ਉਸ ਤੋਂ ਬਾਅਦ 5-5 ਕਿਲੋਮੀਟਰ ਤੱਕ ਉਸ ਨਦੀ ਦਾ ਅਸਰ ਹੁਣ ਵੇਖਣ ਨੂੰ ਆ ਰਿਹਾ। ਇਸ ਬਾਰੇ ਜਦੋਂ ਸਰਕਾਰ ਕਹਿੰਦੀ ਹੈ ਕਿ ਆਬੋ ਹਵਾ ਸਾਡਾ ਮਸਲਾ ਨਹੀਂ ਹੈ, ਤੇ ਇੱਥੋਂ ਸਮਝ ਆਉਂਦਾ ਹੈ ਕਿ ਇੱਕ ਪਿੰਡ ਦੇ ਲਈ ਇਹ ਕਿੰਨਾ ਚਿੰਤਾ ਦਾ ਸਬਬ ਬਣ ਜਾਂਦਾ ਹੈ। ਪੰਚਾਇਤ ਦੇ ਵਿੱਚੋਂ ਇਸੇ ਤਰ੍ਹਾਂ ਦੇ ਆਪਾਂ ਥੋੜ੍ਹੇ ਕਮੈਂਟ ਲੈ ਕੇ ਚੱਲਾਂਗੇ ਤੇ ਆਪਾਂ ਸਮਝਾਂਗੇ ਕਿ ਪਿੰਡ ਦੀ ਚਿੰਤਾ ਕੀ ਹੋ ਸਕਦੀ ਹੈ। ਸਭ ਤੋਂ ਪਹਿਲਾਂ ਆਪਾਂ ਸਿਹਤ ਵਾਲੀ ਦੇ ਉੱਤੇ ਲੈ ਲਈਏ। ਇਹ ਚਿੰਤਾ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਵੇਖਦੇ ਹੋ ਆਪਣੇ ਪਿੰਡ ਦੇ ਵਿੱਚ? ਇਹਦਾ ਮੇਨ ਕਾਰਨ ਹੈਗਾ ਜਿਹੜਾ ਪ੍ਰਦੂਸ਼ਣ, ਸਾਫ਼ ਹਵਾ ਨਾ ਮਿਲਣੀ, ਸਾਫ਼ ਪਾਣੀ ਸਾਨੂੰ ਪੀਣ ਲਈ ਨਾ ਮਿਲਣਾ, ਤੇ ਜੋ ਇੰਡਸਟਰੀ ਦਾ ਗੰਦਾ ਪਾਣੀ ਬਿਨਾਂ ਟਰੀਟਮੈਂਟ ਕੀਤੇ ਅਸੀਂ ਕੁਦਰਤੀ ਸਰੋਤਾਂ ਦੇ ਵਿੱਚ ਪਾ ਰਹੇ ਹਾਂ। 1975 'ਚ ਇਹ ਕਾਨੂੰਨ ਤਾਂ ਬਣਿਆ ਸੀ, ਐਕਟ ਤਾਂ ਬਣਿਆ ਸੀ ਵੀ ਕੁਦਰਤੀ ਸਰੋਤਾਂ ਨੂੰ ਗੰਦਾ ਨਾ ਕੀਤਾ ਜਾਵੇ, ਪਰ ਫਿਰ ਵੀ ਬਹੁਤ ਸਾਰੇ ਰਾਜਨੀਤਿਕ ਲੋਕਾਂ ਦੀ ਸ਼ਹਿ 'ਤੇ ਉਹਦਾਂ ਵਿੱਚ ਗੰਦਾ ਪਾਣੀ ਮਿਲਾਇਆ ਜਾਂਦਾ। ਜੋ ਕੈਂਸਰ ਹੋ ਰਿਹਾ ਵਾ, ਇਹ ਸਾਡੀ ਜੋ ਚਿੱਟੀ ਵੇਈ ਆ, ਇਹਦੇ ਵਿੱਚ ਲਗਭਗ ਲੈਦਰ ਕੰਪਲੈਕਸ ਜਲੰਧਰ ਤੇ ਸਾਰਾ ਹੀ ਕਾਲਾ ਸੰਘਿਆ ਜਿਹੜੀ ਡਰੇਨ ਆ, ਉਹਦਾ ਸਾਰਾ ਹੀ ਗੰਦਾ ਪਾਣੀ ਇਹਦੇ ਵਿੱਚ ਆ ਰਿਹਾ ਵਾ। ਹੁਣ ਸਰਦੀਆਂ ਆ ਗਈਆਂ ਵਾ, ਤੁਸੀਂ 3 ਕਿਲੋਮੀਟਰ ਤੋਂ ਤੁਹਾਨੂੰ ਇਹਦੀ ਗੰਦੀ ਸਮੈਲ ਜਿਹੜੀ ਆ ਆਉਣ ਲੱਗ ਪੈਂਦੀ ਆ। ਕਦੀ ਕਦੀ ਤਾਂ 5 ਕਿਲੋਮੀਟਰ ਤੱਕ ਵੀ ਜਿਹੜੀ ਗੰਦੀ ਸਮੈਲ ਜਾਂਦੀ ਆ। ਔਰ ਸਰਕਾਰਾਂ ਨੂੰ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ, ਕਿਉਂਕਿ ਜੇ ਅਸੀਂ ਚਾਹੁੰਦੇ ਹਾਂ ਇੱਕ ਸਾਫ਼ ਸੁਥਰਾ ਤੇ ਸਵਸਥ ਜੀਵਨ ਜੀਣਾ, ਤੇ ਸਰਕਾਰਾਂ ਨੂੰ ਚਾਹੀਦਾ ਵਾ ਜੇ ਇੱਕ ਚੰਗਾ ਡਾਕਟਰ ਬਣਨਾ, ਇੱਕ ਚੰਗਾ ਇੰਜੀਨੀਅਰ ਬਣਨਾ, ਇੱਕ ਚੰਗਾ ਵਕੀਲ ਬਣਨਾ, ਇੱਕ ਚੰਗਾ ਰਾਜਨੀਤਿਕ ਬਣਨਾ, ਇੱਕ ਚੰਗਾ ਪ੍ਰਸ਼ਾਸਨਿਕ ਅਧਿਕਾਰੀ ਬਣਨਾ, ਜਾਂ ਕਿਸੇ ਵੀ ਮਹਿਕਮੇ 'ਚ ਜਾਣਾ, ਉਹਦੇ ਲਈ ਸਾਨੂੰ ਇੱਕ ਤੰਦਰੁਸਤ ਜੀਵਨ ਚਾਹੀਦਾ। ਜੇ ਤੰਦਰੁਸਤ ਜੀਵਨ ਹੋਊਗਾ ਫਿਰ ਹੀ ਅਸੀਂ ਚੰਗੇ ਖਿਡਾਰੀ ਬਣ ਸਕਦੇ ਹਾਂ, ਹਰ ਖੇਤਰ ਵਿੱਚ ਜਾ ਸਕਦੇ ਹਾਂ। ਪਰ ਜੇ ਅਸੀਂ ਤੰਦਰੁਸਤ ਹੀ ਨਹੀਂ ਹੋਵਾਂਗੇ, ਅਸੀਂ ਕਿਸੇ ਖੇਤਰ 'ਚ ਨਹੀਂ ਜਾ ਸਕਦੇ। ਉਹਦੇ ਲਈ ਸਾਨੂੰ ਸਾਫ਼ ਪਾਣੀ, ਸਾਫ਼ ਹਵਾ, ਇਹ ਚੀਜ਼ਾਂ ਚਾਹੀਦੀਆਂ, ਜਿਹਦੇ 'ਤੇ ਸਰਕਾਰ ਨੂੰ ਮੈਂ ਚਾਹੁੰਦਾ ਵੱਡੇ ਲੈਵਲ 'ਤੇ ਕੰਮ ਕਰਨ ਦੀ ਲੋੜ ਆ। ਸਰਕਾਰਾਂ ਤੱਕ ਤੁਸੀਂ ਪਹੁੰਚ ਕੀਤੀ ਤੇ ਕਿਸ ਤਰ੍ਹਾਂ ਦੀ ਕੋਈ ਮੀਟਿੰਗ ਬੈਠਕਾਂ ਤੁਹਾਡੀਆਂ ਹੋਈਆਂ ਇਸ ਰਿਲੇਟਡ? ਪਾਣੀ ਨੂੰ ਲੈ ਕੇ ਬਾਬਾ ਜੀ ਬਹੁਤ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਆ। ਸਾਲ 2000 ਤੋਂ ਜਦੋਂ ਵੇਈ ਦੀ ਸੇਵਾ ਸ਼ੁਰੂ ਹੋਈ ਹੈ, ਉਦੋਂ ਤੋਂ ਹੀ ਇਹ ਜੋ ਸਾਫ਼ ਪਾਣੀ ਹੈ, ਸਾਡਾ ਪਾਣੀ ਖਰਾਬ ਹੋ ਰਿਹਾ, ਜ਼ਮੀਨ ਹੇਠਲਾ ਵੀ, ਨਦੀਆਂ ਨਹਿਰਾਂ ਦੇ ਵਿੱਚ ਗੰਦਾ ਪਾਣੀ ਜਾ ਰਿਹਾ, ਉਹਦੇ ਲਈ ਪੂਰਾ ਇਲਾਕਾ ਸੰਘਰਸ਼ ਕਰ ਰਿਹਾ। ਜਿੱਥੇ ਵੀ ਬਾਬਾ ਜੀ ਕੋਈ ਵੀ ਪ੍ਰੋਗਰਾਮ ਕਰਦੇ, ਪੂਰਾ ਪਿੰਡ ਇਲਾਕਾ ਉਹਦੇ ਨਾਲ ਜਾਂਦਾ। ਪਰ ਹੁਣ ਵੀ ਜੇ ਦੇਖੀਏ ਪਿਛਲੇ 5 ਸਾਲਾਂ ਦੇ ਵਿੱਚ ਤਾਂ ਸਰਕਾਰ ਦੇ ਏਜੰਡੇ ਤੇ ਅਜੇ ਵੀ ਵਾਤਾਵਰਨ ਨਹੀਂ ਹੈ। ਬਹੁਤ ਸਾਰੇ ਟ੍ਰੀਟਮੈਂਟ ਪਲਾਂਟ ਲੱਗੇ ਆ, ਉਹ ਸਾਰਾ ਕੁਝ NGT ਦੇ ਹੁਕਮਾਂ ਤਹਿਤ ਹੋਇਆ, ਪਰ ਉਹਨਾਂ ਪਲਾਂਟਾਂ ਨੂੰ ਚਲਾਉਣਾ ਉਹ ਅਜੇ ਵੀ ਉੱਥੇ ਅਫਸਰ ਨੇ ਜਾਂ ਸਰਕਾਰ ਹੈ, ਉਹਦੀ ਅਜੇ ਵੀ ਮਨਸ਼ਾ ਨਹੀਂ ਹੈ। ਸੋ ਪਰ ਤੁਹਾਡੇ ਪਿੰਡ ਦੇ ਅੰਦਰ ਜਿਸ ਤਰ੍ਹਾਂ ਇਸ ਤਰ੍ਹਾਂ ਦੇ ਮਰੀਜ਼ ਜਾਂ ਸਿਹਤ ਦੀ ਚਰਚਾ ਆ, ਇਹਦੀ ਚਰਚਾ ਤੁਹਾਡੇ ਪਿੰਡ ਪੱਧਰ ਤੇ ਪੰਚਾਇਤ ਨੇ ਜਾਂ ਲੋਕਾਂ ਨੇ ਕਿਸ ਤਰ੍ਹਾਂ ਕੀਤੀ ਹੈ? ਲੋਕਾਂ ਦੇ ਵਿੱਚ ਹੁਣ ਕਿਉਂਕਿ ਜਿਹੜਾ ਜਦ ਕੈਂਸਰ ਦੇ ਮਰੀਜ਼ ਆ ਰਹੇ ਆ, ਕੁਝ ਕੰਮ ਤਾਂ ਪਿੰਡ ਵਾਸੀ ਆਪ ਕਰ ਸਕਦੇ ਆ, ਜਿਵੇਂ ਅਸੀਂ ਰੁੱਖ ਲਾ ਸਕਦੇ ਹਾਂ, ਪਿੰਡ ਨੂੰ ਸਾਫ਼ ਰੱਖ ਸਕਦੇ ਹਾਂ। ਮੈਂ ਕਹਾਂਗਾ ਪਿੰਡ ਦੇ ਵਿੱਚ ਕੋਈ ਇੱਟਾਂ ਵੀ ਲਾਉਣੀਆਂ, ਲੋਕ ਆਪ ਵੀ ਪੈਸੇ ਇਕੱਠੇ ਕਰਕੇ ਲਾ ਸਕਦੇ ਆ। ਪਰ ਜਦੋਂ ਨਹਿਰਾਂ ਦੇ ਵਿੱਚ ਜੋ ਗੰਦਾ ਪਾਣੀ ਇੰਡਸਟਰੀ ਦਾ ਪੈ ਰਿਹਾ, ਸ਼ਹਿਰਾਂ ਦਾ ਪੈ ਰਿਹਾ, ਟ੍ਰੀਟਮੈਂਟ ਪਲਾਂਟ ਲੱਗਣੇ ਨੇ, ਉਹ ਕੰਮ ਆਮ ਲੋਕ ਨਹੀਂ ਕਰ ਸਕਦੇ। ਉੱਥੇ ਪ੍ਰਸ਼ਾਸਨ ਤੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਸੋ ਹੁਣ ਸਾਰੇ ਲੋਕ ਅਵੇਅਰ ਵੀ, ਹਰ ਇੱਕ ਨੂੰ ਪਤਾ ਵੀ ਹੈ। ਹਾਲਾਂਕਿ ਸਾਡੇ ਪਿੰਡ ਵਿੱਚ ਹੁਣ ਪੀਣ ਵਾਲਾ ਪਾਣੀ ਸਾਫ਼ ਵੀ ਮਿਲਦਾ ਹੈ, ਡੂੰਘੇ ਬੋਰ ਨੇ, ਪਰ ਪਹਿਲਾਂ ਨਹੀਂ ਸੀ। ਅੱਜ ਤੋਂ 10-15 ਸਾਲ ਪਹਿਲਾਂ ਆਮ ਪਾਣੀ ਲੋਕ ਪੀਂਦੇ ਰਹੇ ਆ, ਔਰ ਉਹਦਾ ਅਸਰ ਵੀ ਸਿਹਤ ਦੇ ਉੱਪਰ ਪਿਆ ਹੈ। ਔਰ
ਡੂੰਘਾ ਪਾਣੀ ਵੀ ਕਿੰਨਾ ਕੁ ਅਸੀਂ ਹੋਰ ਕੱਢੀ ਚੱਲਾਂਗੇ, ਜਿਵੇਂ ਜਿਵੇਂ ਪਾਣੀ ਥੱਲੇੋਂ ਡੂੰਘਾ ਅਸੀਂ ਕੱਢਾਂਗੇ, ਜਿਹੜਾ ਗੰਦਾ ਪਾਣੀ ਥੱਲੇ ਹੋਰ ਜਾਈ ਜਾਵੇਗਾ। ਸੋ ਇੱਥੇ ਲੋਕਾਂ ਦੇ ਵਿੱਚ ਅਵੇਅਰਨੈਸ ਆ ਚੁੱਕੀ ਹੈ। ਸਰਕਾਰ ਦੇ ਤੇ ਪ੍ਰਸ਼ਾਸਨ ਦੀ ਜਿਹੜੀ ਕਾਰਗੁਜ਼ਾਰੀ ਹੈ ਜਾਂ ਉਹਨਾਂ ਦੀ ਮਨਸ਼ਾ ਹੈ ਉਹਦੇ ਵਿੱਚ ਢਿੱਲ ਹੈ। ਔਰ ਕਿਤੇ ਨਾ ਕਿਤੇ ਮੀਡੀਆ ਵੀ, ਤੁਸੀਂ ਧੰਨਵਾਦ, ਤੁਸੀਂ ਇਸ ਮੁੱਦੇ ਤੇ ਗੱਲ ਕਰ ਰਹੇ ਹੋ। ਅੱਜ ਮੀਡੀਆ ਵੀ ਜੇ ਨੇਤਾਵਾਂ ਨੂੰ ਸਵਾਲ ਕਰਦਾ ਹੈ ਤਾਂ ਉਹੀ ਕਿਸੇ ਨੇ ਕੀ ਕਹਿਤਾ, ਉਹਨੇ ਕੀ ਬਿਆਨ ਦੇ ਦਿੱਤਾ, ਇਹਦੇ ਦੁਆਲੇ ਸਾਰੀ ਰਾਜਨੀਤੀ ਘੁੰਮਦੀ ਜਾ ਰਹੀ ਹੈ। ਮੁੱਦਿਆਂ ਤੇ ਸਵਾਲ ਮੀਡੀਆ ਦੇ ਵਿੱਚ ਵੀ, ਪ੍ਰੈਸ ਕਾਨਫਰੰਸ ਦੇ ਵਿੱਚ ਵੀ ਨਹੀਂ ਹੁੰਦੇ। ਸਿੱਖਿਆ ਦੀ ਕੀ ਪੋਜੀਸ਼ਨ ਹੈ ਤੁਹਾਡੇ ਪਿੰਡ ਦੇ ਵਿੱਚ? ਦੇਖੋ, ਸਿੱਖਿਆ ਦਾ ਦੌਰ ਜਿਹੜਾ ਵਾ ਪਿਛਲੇ 70-72 ਸਾਲਾਂ ਤੋਂ ਜਦੋਂ ਤੋਂ ਅਸੀਂ ਆਜ਼ਾਦ ਹੋਏ ਆ, ਇਹ ਮਿਆਰ ਹਮੇਸ਼ਾ ਡਿੱਗਦਾ ਹੀ ਅਸੀਂ ਦੇਖਦੇ ਆਏ। ਮੇਰੀ ਵੀ 42 ਸਾਲ ਉਮਰ ਹੋ ਗਈ ਆ, ਤੇ ਅਕਸਰ ਇਹ ਪਿੰਡਾਂ ਦੇ ਵਿੱਚ, ਸੱਥਾਂ ਦੇ ਵਿੱਚ ਇਹ ਗੱਲਾਂ ਹੁੰਦੀਆਂ ਨੇ, ਕਿਉਂਕਿ ਬਜ਼ੁਰਗ ਤਾਂ ਪਹਿਲਾਂ ਘੱਟ ਪੜ੍ਹੇ ਹੁੰਦੇ ਸੀਗੇ, ਕਿਉਂਕਿ ਇੰਨੇ ਸਾਧਨ ਨਹੀਂ ਸੀ ਕਮਾਈ ਦੇ ਵੀ ਉਹਨਾਂ ਨੂੰ ਖੇਤੀਬਾੜੀ ਦੇ ਵੱਲ ਹੀ ਲਾਇਆ ਜਾਂਦਾ ਸੀਗਾ। ਤੇ ਅੱਜ ਜਿਹੜਾ ਹਰ ਬੱਚਾ ਪੜ੍ਹਨਾ ਤੇ ਚਾਹੁੰਦਾ, ਪਰ ਉਹ ਸਿੱਖਿਆ ਜਿਹੜਾ ਸਕੂਲੀ ਧੰਦਾ ਜਿਹੜਾ ਸਰਕਾਰਾਂ ਦੇ ਨਾਲ ਸ਼ਹਿ ਤੇ ਜਿਹੜੇ ਸਕੂਲ ਖੁੱਲ੍ਹੇ ਨੇ ਪ੍ਰਾਈਵੇਟ, ਉਹ ਇੱਕ ਸਿਰਫ ਧੰਦਾ ਬਣ ਕੇ ਰਹਿ ਗਿਆ। ਉੱਥੋਂ ਸਾਨੂੰ ਚੰਗੀ ਸਿੱਖਿਆ ਨਹੀਂ ਮਿਲਦੀ। ਸਿੱਖਿਆ ਸਿਰਫ ਇੱਕੋ ਹੀ ਮਿਲਦੀ ਆ ਵੀ ਤੁਸੀਂ +2 ਕਰੋ, ਉਸ ਤੋਂ ਬਾਅਦ ਆਈਲੈਟਸ ਕਰੋ ਤੇ ਵਿਦੇਸ਼ਾਂ ਨੂੰ ਜਾਓ, ਬਾਹਰ ਭੱਜੋ। ਪੰਜਾਬ ਦੇ ਵਿੱਚ ਰਹਿਣ ਲਈ ਕੋਈ ਸਿੱਖਿਆ ਦਾ ਪ੍ਰਬੰਧ ਨਹੀਂ ਆ, ਨਾ ਸਰਕਾਰਾਂ ਵੱਲੋਂ ਨਾ ਪ੍ਰਾਈਵੇਟ ਅਦਾਰਿਆਂ ਵੱਲੋਂ। ਤੁਹਾਡੇ ਸਰਕਾਰੀ ਸਕੂਲਾਂ ਦਾ ਹਾਲ ਕਿਹੋ ਜਿਹਾ ਤੁਹਾਡੇ ਪਿੰਡ ਦੇ ਵਿੱਚ? ਦੇਖੋ, ਇਹ ਹਾਲ ਜਿਹੜਾ ਵਾ ਇਹ ਤਾਂ ਪਿਛਲੇ 20 ਕੁ ਸਾਲ ਤੋਂ ਜੇ ਦੇਖੀਏ ਹੁਣ ਤਾਂ ਬਿਲਕੁਲ ਡਾਊਨ ਹੋ ਚੁੱਕਾ। ਸਿਰਫ ਗਰੀਬ ਬੱਚੇ, ਗਰੀਬ ਘਰਾਂ ਦੇ ਬੱਚੇ ਜਿਹੜੇ ਚੰਗੀ ਜਿਹੜੀ ਆ ਉਹ ਮਤਲਬ ਆਪਣੀ ਤਨਖਾਹ ਉਹਨਾਂ ਕੋਲ ਨਹੀਂ ਜਾਂ ਕੋਈ ਕਮਾਈ ਦੇ ਸਾਧਨ ਨਹੀਂ ਗੇ, ਤੇ ਜਿਹੜੇ ਚੰਗੀਆਂ ਫੀਸਾਂ ਪ੍ਰਾਈਵੇਟ ਸਕੂਲਾਂ ਨੂੰ ਨਹੀਂ ਦੇ ਸਕਦੇ, ਉਹ ਬੱਚੇ ਜਿਹੜੇ ਆ ਸਰਕਾਰੀ ਸਕੂਲਾਂ ਦੇ ਵਿੱਚ ਜਾ ਰਹੇ ਆ। ਪਰ ਸਰਕਾਰੀ ਸਕੂਲਾਂ ਦਾ ਮਿਆਰ, ਕਿਉਂਕਿ ਉੱਥੇ ਵੀ ਡਿਸਪਲਿਨ ਦੀ ਘਾਟ ਹੋ ਗਈ ਆ। ਬੇਸ਼ੱਕ ਟੀਚਰ ਜਿਹੜੇ ਪ੍ਰਾਈਵੇਟ ਸਕੂਲਾਂ ਨਾਲੋਂ ਜ਼ਿਆਦਾ ਪੜ੍ਹੇ ਲਿਖੇ ਸਰਕਾਰੀ ਸਕੂਲਾਂ ਦੇ ਵਿੱਚ ਮਿਲਦੇ ਆ, ਪਰ ਜਿਹੜਾ ਅਨੁਸ਼ਾਸਨ ਆ ਜਾਂ ਉੱਪਰੋਂ ਸਰਕਾਰ ਦਾ ਜਿਹੜਾ ਡੰਡਾ ਉਹਨਾਂ ਦੇ ਉੱਪਰ ਹੋਣਾ ਚਾਹੀਦਾ, ਉਹਦੇ ਲਈ ਕੋਈ ਪੁੱਛ ਪੜਤਾਲ ਹੈ ਨਹੀਂ। ਕਿਉਂਕਿ ਬੱਚੇ ਜਾਂਦੇ ਆ, ਬੱਚਿਆਂ ਨੂੰ ਰਾਸ਼ਨ ਦਿੱਤਾ ਜਾਂਦਾ, ਖਵਾਤਾ, ਮਿਡ ਡੇ ਮੀਲ ਜਿਹੜਾ ਚੱਲਦਾ ਆਪਾਂ ਦੇਖਦੇ ਹਾਂ ਸਕੂਲਾਂ ਦੇ ਵਿੱਚ, ਉਹ ਬੱਚੇ ਰਾਸ਼ਨ ਖਾ ਕੇ ਖੁਸ਼ ਹੋ ਕੇ ਘਰਾਂ ਨੂੰ ਵਾਪਸ ਆ ਜਾਂਦੇ ਆ। ਪਰ ਜਦੋਂ ਘਰਾਂ ਦੇ ਵਿੱਚ ਮਾਪੇ ਬੱਚਿਆਂ ਨੂੰ ਪੁੱਛਦੇ ਆ ਵੀ ਤੁਸੀਂ ਕੀ ਪੜ੍ਹ ਕੇ ਆਏ ਹੋ, ਉਹ ਕਦੇ ਸਾਡੇ ਕੋਲ ਟੀਚਰ, ਅੱਜ ਉਹ ਟੀਚਰ ਨਹੀਂ ਆਏ ਜੀ, ਅੱਜ ਮੈਥ ਵਾਲਾ ਟੀਚਰ ਨਹੀਂ ਆਇਆ ਜੀ, ਅੱਜ ਇੰਗਲਿਸ਼ ਵਾਲਾ ਟੀਚਰ ਨਹੀਂ ਆਇਆ, ਕਿਉਂਕਿ ਪੁੱਛ ਪੜਤਾਲ ਹੀ ਹੈ ਨਹੀਂ ਕੋਈ ਸਰਕਾਰੀ ਸਕੂਲਾਂ ਦੇ ਵਿੱਚ, ਕੋਈ ਡਿਸਪਲਿਨ। ਇਸੇ ਗੱਲ ਨੂੰ ਕਹਿੰਦੇ ਆ ਨਾ ਵੀ ਟੀਚਰ, ਜਿੰਨੇ ਵੀ ਟੀਚਰ ਆ ਉਹ ਬਕਾਇਦਾ ਆਪਣੀ ਡਿਊਟੀ ਤੇ ਪਹੁੰਚਣ, ਆਪਣੇ ਫਰਜ਼ ਸਮਝਣ ਵੀ ਅਸੀਂ ਬੱਚਿਆਂ ਦੀ ਜੇ ਇੰਨੀ ਤਨਖਾਹ ਸਰਕਾਰ ਸਾਨੂੰ ਦੇ ਰਹੀ ਆ ਤੇ ਅਸੀਂ ਬੱਚਿਆਂ ਨੂੰ ਚੰਗੀ ਸਿੱਖਿਆ ਦਈਏ, ਉਹਨਾਂ ਨੂੰ ਇਸ ਕਾਬਲ ਬਣਾਈਏ ਵੀ ਉਹ ਵੱਡੇ ਹੋ ਕੇ ਜਿਹੜੇ ਆ, ਜੇਕਰ ਉਹਨਾਂ ਨੂੰ ਨੌਕਰੀਆਂ ਨਹੀਂ ਵੀ ਮਿਲਦੀਆਂ ਤਾਂ ਆਪਣੇ ਤਰੀਕੇ ਨਾਲ, ਆਪਣੀ ਸੋਚ ਦੇ ਨਾਲ ਉਹ ਰੁਜ਼ਗਾਰ ਪੈਦਾ ਕਰ ਸਕਣ। ਇਹ ਸਭ ਤੋਂ ਵੱਡਾ ਮੁੱਦਾ ਜੀ। ਸਿੱਖਿਆ ਦੇ ਕੰਮ ਜਿਹੜਾ ਵਾ ਸਭ ਤੋਂ ਪਹਿਲਾਂ ਸਰਕਾਰਾਂ ਨੂੰ ਕਰਨਾ ਚਾਹੀਦਾ, ਪਰ ਸਰਕਾਰਾਂ ਸ਼ਾਇਦ ਇਹ ਸੋਚਦੀਆਂ ਵੀ ਜੇ ਬੱਚੇ ਪੜ੍ਹ ਲਿਖ ਗਏ ਸਾਨੂੰ ਸਵਾਲ ਕਰਨਗੇ, ਸਾਡੇ ਤੇ ਉਂਗਲਾਂ ਚੁੱਕਣਗੇ, ਉਹ ਇਸ ਲਈ ਬੱਚਿਆਂ ਨੂੰ ਪੜ੍ਹਾਉਣਾ ਹੀ ਨਹੀਂ ਚਾਹੁੰਦੇ। ਤੇ ਜੇ ਪੜ੍ਹਾਉਣਾ ਚਾਹੁੰਦੇ ਆ ਉਹ ਸਿਰਫ ਪ੍ਰਾਈਵੇਟ ਅਦਾਰਿਆਂ ਨੂੰ ਬੱਚੇ ਜਿਹੜੇ ਪ੍ਰੋਵਾਈਡ ਕਰਵਾ ਰਹੇ ਆ ਵੀ ਬੱਚੇ ਉਧਰ ਨੂੰ ਮੂਵ ਹੋਣ ਤੇ ਉਹਨਾਂ ਦਾ ਜਿਹੜਾ ਧੰਦਾ ਵਧੇ ਤੇ ਉਹਨਾਂ ਕੋਲੋਂ ਜਿਹੜਾ ਫੰਡਿੰਗ ਆ, ਕਿਉਂਕਿ ਇਲੈਕਸ਼ਨ ਦੇ ਵਿੱਚ ਇਹ ਪ੍ਰਾਈਵੇਟ ਅਦਾਰੇ ਜਿੰਨੇ ਵੀ ਆ, ਚਾਹੇ ਉਹ ਸਿੱਖਿਆ ਵਾਲੇ ਹੋਣ ਜਾਂ ਹੋਰ ਤਰ੍ਹਾਂ ਦੇ, ਇਲੈਕਸ਼ਨ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਫੰਡਿੰਗ ਜਿਹੜੀ ਆ ਸਰਕਾਰ ਨੂੰ ਜਾਂਦੀ ਆ। ਤੇ ਸਭ ਕੁਝ ਰਲਿਆ ਮਿਲਿਆ ਹੋ ਰਿਹਾ। ਸਰਕਾਰਾਂ ਅਸੀਂ ਬਣਾਉਂਦੇ ਆ, MLA MP ਅਸੀਂ ਚੁਣਦੇ ਆ, ਪਰ ਉਹਨਾਂ ਨੇ ਜਨਤਾ ਦੀ ਆਵਾਜ਼ ਕਦੇ ਵੀ ਚੁੱਕਣ ਨੂੰ ਅਹਿਮੀਅਤ ਨਹੀਂ ਦਿੱਤੀ। ਹਮੇਸ਼ਾ ਆਮ ਲੋਕਾਂ ਨੂੰ ਕੁਚਲਿਆ ਜਾਂਦਾ, ਦੱਬਿਆ ਜਾਂਦਾ ਵਾ, ਉਹਨਾਂ ਦੇ ਵਿਚਾਰਾਂ ਨੂੰ ਰੋਲਿਆ ਜਾਂਦਾ ਵਾ। ਇਹ ਗੱਲਾਂ ਜਿਹੜੀਆਂ ਵਾ ਆਮ ਪਬਲਿਕ ਦੇ ਵਿੱਚ ਬੈਠ ਕੇ, ਆਮ ਸੱਥਾਂ ਦੇ, ਪਿੰਡਾਂ ਦੇ, ਪੰਚਾਇਤਾਂ ਦੇ ਵਿੱਚ ਬੈਠ ਕੇ ਸਵਾਲ ਹੋਣੇ ਚਾਹੀਦੇ ਆ ਜ਼ਰੂਰ। ਅਸੀਂ ਉਹੀ ਜੋ ਸਵਾਲ ਸ਼ੁਰੂ ਹੋਇਆ ਸੀ ਵੀ ਲੀਡਰਾਂ ਨੂੰ ਅਸੀਂ ਆਏ ਭਗਤ ਤਾਂ ਜ਼ਰੂਰ ਕਰਦੇ ਹਾਂ, ਪਰ ਅਸੀਂ ਇੰਨੀ ਕੁ ਜ਼ਰੂਰਤ ਨਹੀਂ ਰੱਖਦੇ ਵੀ ਅਸੀਂ ਆਪਣੇ ਪਿੰਡ ਦੇ ਸਾਡੇ ਘਰ ਦਾ ਵੀ ਕੋਈ ਮਸਲਾ ਹੋਵੇ, ਅਸੀਂ ਉਹ ਵੀ ਜ਼ਰੂਰਤ ਨਹੀਂ ਰੱਖਦੇ ਵੀ ਅਸੀਂ ਉਸ ਲੀਡਰ ਨੂੰ ਇਹ ਸਵਾਲ ਕਰ ਸਕੀਏ ਵੀ ਮੇਰੇ ਘਰ ਦੇ ਵਿੱਚ ਜਾਂ ਮੇਰੇ ਪਿੰਡ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਕਿਉਂ ਬਣਿਆ। ਕਿਉਂਕਿ ਅਕਸਰ ਅਸੀਂ ਇੱਥੇ ਦੇਖਦੇ ਹਾਂ ਜੇ ਕੋਈ ਅਕਾਲੀ ਆ, ਕਾਂਗਰਸੀ ਆ ਜਾਂ ਝਾੜੂ ਵਾਲੇ ਆ ਜਾਂ ਹੋਰ ਵੀ ਕੋਈ ਪਾਰਟੀ ਆ, ਤੇ ਅਸੀਂ ਅੱਜ ਕੱਲ੍ਹ ਪਿੰਡ ਲੈਵਲ ਤੇ ਇੱਕ ਦੂਜੇ ਦੇ ਆਂਢ ਗੁਆਂਢ ਦੁੱਖ ਸੁੱਖ ਦੇ ਵਿੱਚ ਵੀ ਸ਼ਰੀਕ ਹੋਣਾ ਨਹੀਂ ਜ਼ਰੂਰੀ ਸਮਝਦੇ। ਕਿਉਂ ਇਹੋ ਜਿਹਾ ਮਿਆਰ, ਇਹੋ ਜਿਹੀ ਸੋਚ ਅਸੀਂ ਬਣਾ ਲਈ ਆ ਵੀ ਇਹ ਅਕਾਲੀ ਆ, ਮੈਂ ਕਾਂਗਰਸੀ, ਮੈਂ ਇਹਦੇ ਘਰ ਕਿਉਂ ਜਾਵਾਂ। ਇਹ ਕੁਝ ਨਹੀਂ ਹੋਣਾ ਚਾਹੀਦਾ ਪਿੰਡੂ ਲੈਵਲ ਤੇ। ਸਾਡਾ ਜਿਹੜਾ ਸੱਭਿਆਚਾਰ ਆ ਉਹ ਇਸ ਗੱਲ ਦੀ ਹਾਮੀ ਨਹੀਂ ਭਰਦਾ। ਇਹ ਸਾਡੇ ਭਾਈਚਾਰਕ ਸਾਂਝ ਜਿਹੜੀ ਉਹ ਹਮੇਸ਼ਾ ਬਣੀ ਹੋਣੀ ਚਾਹੀਦੀ ਆ, ਚਾਹੇ ਉਹ ਅਕਾਲੀ ਲੀਡਰ ਆਵੇ, ਚਾਹੇ ਕਾਂਗਰਸੀ ਆਵੇ ਜਾਂ ਝਾੜੂ ਵਾਲਾ ਆਵੇ। ਅਸੀਂ ਉਹਨੂੰ ਪਿੰਡ ਵਿੱਚ ਆਇਆ ਜੀ ਆਇਆ ਕਹੀਏ, ਇਹ ਸਾਡਾ ਮਨ ਆ ਲੋਕਤੰਤਰ ਦੇ ਵਿੱਚ ਕਿ ਅਸੀਂ ਸਪੋਰਟ ਕਿਸ ਨੂੰ ਕਰਨੀ ਆ। ਚੰਗੇ ਬੰਦੇ, ਚੰਗੇ ਲੀਡਰ ਅਸੀਂ ਪੈਦਾ ਕਰਨੇ ਆ, ਅਸੀਂ ਸਰਕਾਰ ਦੇ ਵਿੱਚ ਭੇਜਣੇ ਆ। ਇਹ ਵੋਟ ਪਾਉਣ ਲੱਗਿਆਂ ਸਾਨੂੰ ਇੰਨਾ ਕੁ ਜ਼ਰੂਰ ਸੋਚਣਾ ਚਾਹੀਦਾ ਵੀ ਅਸੀਂ ਕਿਹੋ ਜਿਹੇ ਲੀਡਰ ਦੇ ਨਾਲ ਜਾਂ ਕਿਹੋ ਜਿਹੇ ਬੰਦੇ ਦੇ ਨਾਲ ਸਾਨੂੰ ਖੜਨਾ ਚਾਹੀਦਾ। ਇਹ ਬੜੀ ਇੰਟਰਸਟਿੰਗ ਗੱਲ ਕੀਤੀ ਹੈ ਭਾਈ ਸਾਹਿਬ ਨੇ। ਪਿੰਡਾਂ ਦੇ ਅੰਦਰ ਇੱਕ ਇਹ ਨਵੀਂ ਚੀਜ਼ ਉੱਭਰ ਕੇ ਆਈ ਕਿ ਇੱਕ ਸਿਆਸੀ ਜਾਤ ਉੱਭਰ ਕੇ ਆਈ
ਜੇ ਕੋਈ ਕਾਂਗਰਸੀ ਹੈ ਤੇ ਉਹ ਅਕਾਲੀ ਨੂੰ ਨਹੀਂ ਬੁਲਾਉਂਦਾ, ਅਕਾਲੀ ਹੈ ਤੇ ਉਹ ਆਮ ਆਦਮੀ ਪਾਰਟੀ ਨੂੰ ਨਹੀਂ ਬੁਲਾਉਂਦਾ। ਅਤੇ ਜਦੋਂ ਤੁਸੀਂ ਇਹਨਾਂ ਲੀਡਰਾਂ ਦੇ ਵਿਆਹ ਦੇਖਦੇ ਹੋ ਤੇ ਉਦੋਂ ਫਿਰ ਇਹ ਖਬਰਾਂ ਵੀ ਆਉਂਦੀਆਂ ਕਿ ਇੱਕ ਆਮ ਆਦਮੀ ਪਾਰਟੀ ਦੇ ਸਿਆਸੀ ਆਗੂ ਦੇ ਵਿਆਹ ਦੇ ਵਿੱਚ ਅਕਾਲੀ ਆਗੂ ਵੀ ਪਹੁੰਚ ਜਾਂਦਾ ਤੇ ਕਾਂਗਰਸੀ ਆਗੂ ਵੀ ਪਹੁੰਚ ਜਾਂਦਾ। ਥੋੜ੍ਹੇ ਆਪਾਂ ਕਮੈਂਟ ਸਾਰਿਆਂ ਦੇ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਸਰਕਾਰ ਦੀ ਕਾਰਗੁਜ਼ਾਰੀ ਤੋਂ ਤੁਸੀਂ ਕਿੰਨਾ ਕੁ ਖੁਸ਼ ਹੋ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਲੈਕਸ਼ਨ ਹੋ ਕੇ ਨਵੀਂ ਸਰਕਾਰ ਆਏਗੀ ਉਸ ਤੋਂ ਕੀ ਉਮੀਦ ਕਰਦੇ ਹੋ? ਕੋਈ ਐਡੀਆਂ ਉਮੀਦਾਂ ਨਹੀਂ। ਸਰਕਾਰਾਂ ਨੇ ਆਪਾਂ ਨੂੰ ਮਿੱਠੀਆਂ ਗੋਲੀਆਂ ਦੇਣੀਆਂ ਤੇ ਅਸੀਂ ਇਹਨੇ ਨਾਲ ਫੁੱਲ ਜਾਣਾ ਵੀ ਸਾਡੀ 1000 ਤਨਖਾਹ ਹੋ ਗਈ ਆ, ਪੈਨਸ਼ਨ ਲੱਗ ਗਈ ਆ, ਜਾਂ ਸਾਨੂੰ ਆਟਾ ਦਾਲ ਮਿਲ ਗਈ ਆ। ਨਾ ਤਾਂ ਪਿੰਡਾਂ ਦੇ ਵਿੱਚ ਬੀਬੀਆਂ ਨੂੰ ਮੈਂ ਕਹਿ ਰਹੀ ਸਰਕਾਰ ਨੇ ਤਾਂ ਸਾਡੀ ਗਰੀਬਾਂ ਦੀ ਕੀ ਸੁਣਨੀ ਆ ਕਿ ਜਿੱਥੋਂ ਤੱਕ ਵੀ ਕੋਈ ਚੈਨਲ ਜਾਂਦਾ ਵਾ ਉਹ ਇਹ ਮੰਗ ਨਾ ਰੱਖਿਆ ਕਰਨ ਕਿ ਸਾਡੀ ਪੈਨਸ਼ਨ ਨਹੀਂ ਲੱਗੀ, ਸਾਨੂੰ ਦਾਣੇ ਨਹੀਂ ਮਿਲੇ, ਸਾਨੂੰ ਆਟਾ ਨਹੀਂ ਮਿਲਿਆ। ਇਹਨਾਂ ਗੱਲਾਂ ਨੂੰ ਛੱਡ ਕੇ ਤੇ ਇਹ ਸਰਕਾਰਾਂ ਜਿਹੜੇ ਜਿੰਨੇ ਸੋਚਦੇ ਕੰਮ ਉਹਨਾਂ ਨੂੰ ਚਾਹੀਦੇ ਆ ਕਰਨੇ, ਉਹ ਆਪਦੇ ਫਰਜ਼ ਨਿਭਾਉਣ, ਉਹ ਦੁਨੀਆ ਦੀ ਗੱਲ ਸੁਣਨ, ਗਰੀਬਾਂ ਦੀ ਗੱਲ ਸੁਣਨ। ਆ ਪਿੰਡਾਂ ਦੇ ਵਿੱਚ ਨੌਜਵਾਨ ਬੱਚੇ ਨਸ਼ੇ ਕਰਦੇ ਆ, ਇਹ ਗੋਲੀ ਦੇ ਕੇ ਚਲੇ ਜਾਂਦੇ ਵੀ ਅਸੀਂ ਹਟਾ ਲਾਂਗੇ। ਇਹਨਾਂ ਗੱਲਾਂ ਨੂੰ ਹਟਾਉਣ, ਪੂਰਾ ਧਿਆਨ ਪਿੰਡਾਂ 'ਚ ਦੇਣ। ਜੋ ਪਿੰਡਾਂ 'ਚ ਫਰਜ਼ ਬਣਦਾ, ਸਕੂਲ ਬਣਦੇ, ਟੀਚਰ ਬਣਦੇ ਆ, ਜੋ ਪਿੰਡ 'ਚ ਡਾਕਟਰ ਲਿਆਉਣੇ ਆ, ਨਰਸਰੀਆਂ ਬਣਾਉਣੀਆਂ, ਆਪਾਂ ਇਹ ਗੱਲਾਂ ਦਾ ਧਿਆਨ ਦੇਣ। ਇਹ ਸਰਕਾਰਾਂ ਦਿੰਦੇ ਨਹੀਂ। ਇੱਥੇ ਹੁਣ ਇਲੈਕਸ਼ਨਾਂ ਆਉਣੀਆਂ, ਸਾਰਿਆਂ ਨੇ ਬਹੁਤ ਹੀ ਵਧੀਆ ਬੁਲਾਉਣਾ, ਸਾਰਿਆਂ ਨੇ ਬਹੁਤ ਵਧੀਆ ਗੱਲਾਂ ਕਰਕੇ ਜਾਣੀਆਂ ਤੇ ਦੂਸਰੇ ਦਿਨ ਜਦੋਂ ਵੋਟਾਂ ਪੈ ਗਈਆਂ ਉਦੋਂ ਉਹਨਾਂ ਨੂੰ ਫੋਨ ਕਰਕੇ ਦੇਖ ਲਿਓ ਕਿ ਤੁਸੀਂ ਕੱਲ ਐਮਐਲਏ ਜੀ ਸਾਡੇ ਪਿੰਡ 'ਚ ਆਏ ਸੀ, ਅੱਜ ਆਹ ਗੱਲ ਆ। ਉਹਨਾਂ ਨੇ ਕਹਿਣਾ ਜੀ ਐਮਐਲਏ ਇੱਥੇ ਹੈ ਨਹੀਂ, ਉਹ ਚੰਡੀਗੜ੍ਹ ਚਲੇ ਗਏ। ਇਹ ਗੱਲਾਂ ਤਾਂ ਸਾਨੂੰ ਆਪ ਨੂੰ ਜਨਤਾ ਨੂੰ ਸੋਚਣੀਆਂ ਪੈਣਗੀਆਂ। ਸਰਕਾਰਾਂ ਦੇ ਕੋਲ ਸਾਨੂੰ ਕੋਈ ਉਮੀਦਾਂ ਨਹੀਂ। ਅਜਬ ਤਰ੍ਹਾਂ ਦਾ ਪ੍ਰਬੰਧ ਹੈ ਕਿ ਜਦੋਂ ਕੋਈ ਐਮਐਲਏ ਚੁਣ ਲਿਆ ਜਾਂਦਾ ਤੇ ਉਹਨੂੰ ਫਿਰ ਐਮਐਲਏ ਕੁਆਟਰ ਮਿਲਿਆ ਹੋਇਆ ਚੰਡੀਗੜ੍ਹ ਦੇ ਅੰਦਰ ਅਤੇ ਉਹ ਆਪਣਾ ਸਾਰਾ ਉੱਥੇ ਰਹਿਣ ਬਸੇਰਾ ਕਰ ਲੈਂਦੇ ਨੇ। ਅਤੇ ਪਿੰਡ ਵਾਲੇ ਲੋਕਾਂ ਦੀ ਇਹੋ ਸ਼ਿਕਾਇਤ ਹੁੰਦੀ ਕਿ ਉਹ ਸਾਡੇ ਕੋਲ ਆਉਂਦੇ ਨਹੀਂ, ਤੇ ਜੇ ਆਉਂਦੇ ਆ ਤਾਂ 5 ਸਾਲ ਬਾਅਦ ਆਉਂਦੇ ਆ। ਇੱਕ ਨਜ਼ਰ ਆਪਾਂ ਮਾਰ ਲੈਂਦੇ ਆ ਕਿ ਇਹ ਪੰਜਾਬ ਦਾ ਮੈਨੀਫੈਸਟੋ ਹੈ, ਇਸ ਨੂੰ ਵੇਖਣ ਦੀ ਲੋੜ ਹੈ, ਸਮਝਣ ਦੀ ਲੋੜ ਹੈ ਕਿ ਕਰਜ਼ ਮੁਕਤ ਪੰਜਾਬ ਚਾਹੁੰਦਾ ਸੀ, ਨਸ਼ਾ ਮੁਕਤ ਪੰਜਾਬ ਚਾਹੁੰਦਾ ਸੀ, ਬੇਅਦਬੀ ਮਾਮਲਿਆਂ ਦਾ ਇਨਸਾਫ ਚਾਹੁੰਦਾ ਸੀ, ਘਰ ਘਰ ਨੌਕਰੀਆਂ, ਪੰਜਾਬ ਦੀ ਆਬੋ ਹਵਾ, ਸਿੱਖਿਆ, ਖਸਤਾ ਸੜਕਾਂ ਦੀ ਮੁਰੰਮਤ। ਇਹ ਪੈਚ ਵਰਕ ਹੈ ਵੈਸੇ, ਖਸਤਾ ਸੜਕਾਂ ਵੀ ਚੰਗੀਆਂ ਸੜਕਾਂ ਹੋਣੀਆਂ ਚਾਹੀਦੀਆਂ। ਬੀਬੀਆਂ ਲਈ ਉੱਚ ਸਿੱਖਿਆ, ਪੰਜਾਬ ਦੇ ਪਾਣੀਆਂ ਦਾ ਮੁੱਦਾ, ਕਿਸਾਨਾਂ ਦਾ ਕਰਜ਼ਾ ਮੁਆਫ, ਰੇਤ ਮਾਫੀਆ ਤੋਂ ਮੁਕਤੀ, ਸਿਹਤ ਸਹੂਲਤਾਂ, ਸਸਤੀ ਬਿਜਲੀ। ਇਹ ਸਿਰਫ ਉਹ ਨੇ ਜੋ ਅਸੀਂ ਇੱਥੇ ਲਿਖ ਸਕੇ ਹਾਂ, ਪਰ ਜ਼ਰੂਰਤਾਂ ਇਸ ਤੋਂ ਵੀ ਕਿਤੇ ਵੱਧ ਨੇ। ਅਤੇ ਇਹ ਵਧੀਆਂ ਹੋਈਆਂ ਜ਼ਰੂਰਤਾਂ ਦੇ ਵਿੱਚ ਲੋਕਾਂ ਦੀਆਂ ਉਮੀਦਾਂ ਇੰਨੀਆਂ ਨੇ ਅਤੇ ਉਹ ਉਮੀਦਾਂ ਇਸ ਕਰਕੇ ਪੂਰੀਆਂ ਨਹੀਂ ਹੋ ਸਕਦੀਆਂ ਕਿਉਂਕਿ ਸਰਕਾਰ ਨੇ ਆਪੋ ਆਪਣਾ ਇੱਕ ਪੈਕੇਜ ਸਿਸਟਮ ਦਿੱਤਾ ਹੋਇਆ ਅਤੇ ਪੈਕੇਜ ਸਿਸਟਮ ਦੇ ਅੰਦਰ ਲੋਕਾਂ ਦੇ ਲਈ ਅਜਿਹਾ ਕੋਈ ਕਲਿਆਣਕਾਰੀ ਕਦਮ ਨਹੀਂ ਹੈ। ਇਸ ਮਾਮਲੇ ਦੇ ਅੰਦਰ ਆਪਾਂ ਦੁਬਾਰਾ ਇਸ ਪਿੰਡ ਦੇ ਸਰਪੰਚ ਨੂੰ ਲੈਂਦੇ ਹਾਂ। ਤੇਜਿੰਦਰ, ਥੋੜ੍ਹਾ ਜਿਹਾ ਇਹ ਦੱਸੋ ਵੀ ਤੁਸੀਂ ਆਪਣੇ ਪਿੰਡ ਦੇ ਅੰਦਰ ਕਿਸ ਤਰ੍ਹਾਂ ਦਾ ਮਾਹੌਲ ਚਾਹੁੰਦੇ ਸੀ ਜਾਂ ਕਿਸ ਤਰ੍ਹਾਂ ਦੀਆਂ ਚੀਜ਼ਾਂ ਚਾਹੁੰਦੇ ਸੀ ਜਿਹੜੀਆਂ ਤੁਹਾਨੂੰ ਲੱਗਦਾ ਕਿ ਮੌਜੂਦਾ ਸਰਕਾਰ ਤੁਹਾਨੂੰ ਨਹੀਂ ਮੁਹੱਈਆ ਕਰਵਾ ਸਕੀ? ਆਉਣ ਵਾਲੀ ਸਰਕਾਰ ਜੇ ਇਲੈਕਸ਼ਨ ਤੋਂ ਬਾਅਦ ਆਏਗੀ ਉਸ ਤੋਂ ਇਹ ਤੁਹਾਡੀਆਂ ਉਮੀਦਾਂ ਨੇ ਇਸ ਪਿੰਡ ਵਾਸੀ ਦੇ ਤੌਰ ਤੇ, ਸਰਪੰਚ ਹੋਣ ਦੇ ਨਾਤੇ? ਜੀ ਤੁਸੀਂ ਪਹਿਲਾਂ ਹੀ ਡਾਟਾ ਸਾਰਾ ਦੇ ਚੁੱਕੇ ਹੋ ਕਿ ਪਿੰਡ ਦੇ ਵਿੱਚ ਹੁਣ ਕਰੀਬ 23 ਮੌਤਾਂ ਕੈਂਸਰ ਦੇ ਨਾਲ ਹੋ ਗਈਆਂ। ਸੋ ਪਿੰਡ ਦੇ ਵਿੱਚ ਅਸੀਂ ਹਰ ਇੱਕ ਚੀਜ਼ ਤਾਂ ਕਮਿਊਨਿਟੀ ਤੌਰ ਤੇ ਕਰ ਸਕਦੇ ਹਾਂ, ਪੰਚਾਇਤ ਵੀ ਕਰ ਸਕਦੀ ਆ, ਕੋਈ ਸਾਨੂੰ ਸੈਂਟਰ ਦੇ ਕਮਿਸ਼ਨ ਦੇ ਰੁਪਈਏ ਆਉਂਦੇ ਅਸੀਂ ਕਰ ਸਕਦੇ ਹਾਂ ਵੀ ਜੇ ਇਹਨੂੰ ਪਿੰਡ ਨੂੰ ਸਵਾਰਨਾ ਸ਼ਿੰਗਾਰਨਾ ਤਾਂ ਉਹ ਸਾਡੇ ਹੱਥ ਵੱਸ ਹੈ। ਸਾਰੇ ਵਿਦਵਾਨ ਲੋਕ ਨੇ, ਸਾਰਿਆਂ ਨੇ ਬੜੀਆਂ ਚੰਗੀਆਂ ਗੱਲਾਂ ਕਹੀਆਂ ਕਿਉਂਕਿ ਬਾਬਾ ਜੀ ਦੀ ਰਹਿਨਮਾਈ ਦੇ ਵਿੱਚ ਸਾਰਿਆਂ ਨੇ ਬੜਾ ਮਾਈਂਡ ਸੈਟ ਬੜਾ ਉੱਚਾ ਹੋਇਆ। ਜੇਕਰ ਅਸੀਂ ਦੇਖੀਏ ਤਾਂ ਹੁਣ ਜੇਕਰ ਸਾਡੇ ਪਿੰਡ 'ਚ ਅਸੀਂ ਸਾਰਾ ਕੁਛ, ਜੇਕਰ ਹਵਾ ਵੀ ਅਸੀਂ ਕਈ ਰੁੱਖ ਲਾ ਦਿੱਤੇ ਨੇ ਸਾਫ਼ ਹੈ, ਜੇਕਰ ਪਾਣੀ ਸਾਡਾ ਥੱਲੜਾ ਹੀ ਗੰਦਲਾ ਹੋ ਗਿਆ ਉੱਥੇ ਤਾਂ ਸਾਡੀ ਵਾਹ ਵੀ ਨਹੀਂ ਚੱਲਣੀ। ਉਹ ਜਿਹੜਾ ਕੱਢ ਕੇ ਪਾਣੀ ਤਾਂ ਅਸੀਂ ਉਹੀ ਪੀਣਾ। ਜੇਕਰ ਮੈਂ ਇਹ ਕਹਿ ਦੇਵਾਂ ਕਿ ਮੈਂ ਪਿੰਡ ਵਿੱਚ ਆਰਓ ਲਵਾ ਦਾਂਗਾ ਜਾਂ ਉਹ ਕੁਛ, ਉਹ ਤਾਂ ਆਪਣੇ ਆਪ 'ਚ ਮੌਤ ਹੈ। ਜਿਹੜੇ ਲੋਕੀ ਆਰਓ ਦਾ ਪਾਣੀ ਪੀ ਰਹੇ ਨੇ ਉਹ ਜ਼ਿਆਦਾ ਕੈਂਸਰ ਦੀ ਮਾਰ ਹੇਠ ਨੇ। ਇਹ ਤਾਂ ਸਰਕਾਰਾਂ ਦੇ ਮੁੱਦੇ ਇਹੋ ਜਿਹੇ ਬਣਾਏ ਹੋਏ ਨੇ। ਫਿਲਹਾਲ ਤਾਂ ਸਰਕਾਰਾਂ ਅੱਗੇ ਬੇਨਤੀ ਆ, ਅਸੀਂ ਮਿਹਨਤੀ ਕਰ ਸਕਦੇ ਹਾਂ ਜੀ ਹੱਥ ਬੰਨ੍ਹ ਕੇ ਕਿ ਜਿਹੜਾ ਸਾਡਾ ਹੱਕ ਹੈ ਜੀਣ ਦਾ, ਮੌਲਿਕ ਅਧਿਕਾਰ ਹੈ ਸਾਡਾ ਕਿ ਸਾਨੂੰ ਸਾਫ਼ ਸੁਥਰੀ ਹਵਾ ਚਾਹੀਦੀ ਹੈ, ਸਾਫ਼ ਸੁਥਰਾ ਪਾਣੀ ਚਾਹੀਦਾ, ਸਾਫ਼ ਸੁਥਰਾ ਭੋਜਨ ਚਾਹੀਦਾ। ਸਾਨੂੰ ਇਹ ਮੁਹੱਈਆ ਕਰਵਾ ਦੇਣ, ਬਾਕੀ ਤਾਂ ਲੋਕੀ ਆਪਣਾ ਰੁਜ਼ਗਾਰ, ਆਪਣਾ ਸਾਰਾ ਕੁਝ ਸਿਸਟਮ ਉਹਨੂੰ ਤੋਰ ਵੀ ਲੈਣਗੇ। ਜੇਕਰ ਸਾਡੀ ਸਿਹਤ ਇੰਨੀ ਕਾਮਯਾਬ ਰਹੀ ਤਾਂ ਪੰਜਾਬੀ, ਮੈਨੂੰ ਨਹੀਂ ਲੱਗਦਾ ਜੇਕਰ ਅਸੀਂ ਦਿੱਲੀ ਜਿੱਤ ਸਕਦੇ ਹਾਂ ਤਾਂ ਸਾਨੂੰ ਆਪਣਾ ਪਿੰਡ ਸੰਵਾਰਨਾ ਸ਼ਿੰਗਾਰਨਾ ਕਿੰਨਾ ਕੁ ਔਖਾ। ਜਦੋਂ ਦਾ ਇਹ ਸਾਡਾ ਪਿੰਡ ਇੰਨਾ ਵਧੀਆ ਬਣਿਆ ਉਸ ਵੇਲੇ ਸਰਕਾਰ ਦੀ ਕੋਈ ਹੈਲਪ ਨਹੀਂ ਸੀ, ਕੋਈ ਗ੍ਰਾਂਟ ਨਹੀਂ ਸੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਬਾਬਾ ਜੀ 10 ਸਾਲ ਸਰਪੰਚ ਰਹੇ ਤਾਂ ਉਹਨਾਂ ਨੇ ਲੋਕਾਂ ਨੂੰ ਇਕੱਠੇ ਕਰਕੇ ਯੋਗ ਅਗਵਾਈ ਦੇ ਕੇ ਤਾਂ ਪਿੰਡ ਨੂੰ ਬੜਾ ਸਵਰਗ ਬਣਾ ਦਿੱਤਾ। ਇਸ ਪਿੰਡ ਦੀ ਇੱਕ ਹੋਰ ਖੂਬੀ ਇਹ ਹੈ ਕਿ ਇੱਥੇ ਸਰਪੰਚ ਸਰਬਸੰਮਤੀ ਨਾਲ ਚੁਣਿਆ ਜਾਂਦਾ ਹੈ। ਤੇਜਿੰਦਰ PhD ਕਰਨ ਵਾਲਾ ਹੈ। ਇਸ ਤੋਂ ਪਹਿਲਾਂ ਜੋ ਇੱਥੋਂ ਦੀ ਸਰਪੰਚ ਸੀ ਉਹ ਕੁੜੀ ਸੀ, ਰਜਵੰਤ ਕੌਰ, ਅਤੇ ਰਜਵੰਤ ਕੌਰ ਵੀ MA MPhil ਸੀ।
ਅਜਿਹੇ ਨੌਜਵਾਨਾਂ ਨੂੰ ਅੱਗੇ ਲਿਆਉਣ ਦੀ ਰਵਾਇਤ ਵੀ ਇਸ ਪਿੰਡ ਨੇ ਤੋਰੀ। ਉਸ ਤੋਂ ਪਹਿਲਾਂ ਸੰਤ ਬਲਬੀਰ ਸਿੰਘ ਸੀਚੇਵਾਲ ਇਸ ਪਿੰਡ ਦੇ ਲਗਾਤਾਰ ਸਰਬਸੰਮਤੀ ਦੇ ਨਾਲ ਸਰਪੰਚ ਰਹੇ। ਇਸ ਪਿੰਡ ਦੇ ਅੰਦਰ ਪ੍ਰੋਗਰਾਮ ਕਰਨ ਦਾ ਇਸ ਕਰਕੇ ਮੈਂ ਤੁਹਾਨੂੰ ਇਸ਼ਾਰਾ ਕਰਨਾ ਚਾਹੁੰਦਾ ਕਿ ਇਹ ਪਿੰਡ ਪੰਜਾਬ ਦਾ ਸਭ ਤੋਂ ਡਿਵੈਲਪ ਪਿੰਡ ਮੰਨਿਆ ਜਾਂਦਾ ਹੈ, ਸਭ ਤੋਂ ਵਿਕਸਿਤ ਪਿੰਡ। ਸਭ ਤੋਂ ਵਿਕਸਿਤ ਪਿੰਡ ਦੇ ਅੰਦਰ ਜੇ ਇੰਨੀਆਂ ਸ਼ਿਕਾਇਤਾਂ ਨੇ ਤੇ ਫਾਜ਼ਿਲਕਾ ਦੇ ਨੇੜੇ ਜਾਂ ਹੋਰ ਬਹੁਤ ਸਾਰੇ ਪੰਜਾਬ ਦੇ ਉਹਨਾਂ ਇਲਾਕਿਆਂ ਦੇ ਪਿੰਡ ਜਾ ਕੇ ਵੇਖੋ, ਉਹਨਾਂ ਦੀਆਂ ਸ਼ਿਕਾਇਤਾਂ ਦੁਸ਼ਵਾਰੀਆਂ ਤੇ ਇਸ ਤੋਂ ਵੀ ਦੁੱਗਣੀਆਂ ਹੋਣਗੀਆਂ। ਅਸੀਂ ਸੁਣੀ ਸੀ ਖਬਰ ਜੀ, ਇੱਕ ਦਿਨ ਬੈਠੇ ਟੀਵੀ ਦੇ ਮੂਹਰੇ, ਉਹ ਕਹਿੰਦੇ ਬੇਟੀ ਨੂੰ ਵੀ 1000 ਰੁਪਇਆ ਦੇਵਾਂਗੇ, ਹਰ ਇੱਕ ਮਹਿਲਾ ਨੂੰ 1000 ਰੁਪਇਆ ਦੇਵਾਂਗੇ। ਉਹਨਾਂ ਦੀ ਸੋਚ ਕਿੱਥੋਂ ਕੁ ਤੱਕ ਹੈ, 1000 ਰੁਪਏ ਤੱਕ ਹੀ ਆ। ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਬੱਚੇ ਜਵਾਨ ਬੱਚੀਆਂ ਵੀ ਪੜ੍ਹਾਈ ਕਰਕੇ ਉਹਦੇ ਤੁਰੇ ਫਿਰਦੇ, ਉਹਨਾਂ ਨੂੰ ਕੋਈ ਨੌਕਰੀ ਨਹੀਂ, ਕੋਈ ਕੰਮ ਨਹੀਂ ਗਾ। ਤੇ ਉਹ 1000 ਰੁਪਏ ਨੂੰ ਦੱਸੋ, ਇੰਨੀ ਮਹਿੰਗਾਈ ਆ, ਉਹ ਕੀ ਕਰਨਗੇ 1000 ਰੁਪਏ ਨੂੰ? ਕਣਕ ਜੇ ਆਪਾਂ ਨੂੰ ਮਿਲਦੀ ਆ, ਜੇ ਆਪਾਂ ਨੂੰ ਕੋਈ ਦਾਲਾਂ ਮਿਲਦੀਆਂ, ਕੁਛ ਮਿਲਦੀਆਂ, ਉਹ ਕਾਹਤੇ ਬਣਾਉਣੀਆਂ, ਕਿੱਦਾਂ ਬਣਾਉਣੀਆਂ? ਕੋਈ ਹੋਰ ਮਸਾਲਾ ਨਹੀਂ ਪਾਉਣਾ ਉਹਦੇ ਵਿੱਚ ਕਿ ਸਰਕਾਰ ਨੇ ਜੋ ਦਾਲਾਂ ਆਟਾ ਦੇਤੀਆਂ, ਗੁੰਨ ਲਿਆ ਤਾਂ ਖਾ ਲਿਆ। ਹੁਣ ਸਰਕਾਰਾਂ ਆਉਂਦੀਆਂ ਆ, ਉਹਨਾਂ ਨੇ ਆਉਣਾ ਵੀ ਆ। ਉਹ ਜਿੱਦਾਂ ਇਹਨਾਂ ਨੇ ਗੱਲ ਕੀਤੀ ਸੀ, ਸਰਕਾਰਾਂ ਰਲੀਆਂ ਹੋਈਆਂ ਆ ਕਿ ਤੁਹਾਨੂੰ ਮੋਹਰੇ ਕਰ ਦਿੱਤਾ, ਤੁਸੀਂ ਜਾਓ ਜੀ, ਆਪ ਪਿੱਛੇ ਹੋ ਗਏ। ਇਹ ਹੁੰਦੇ ਇੱਕ ਆ ਸਾਰੇ, ਤੇ ਜਿਹੜੀ ਪਬਲਿਕ ਆ ਉਹਨਾਂ ਨੂੰ ਫਸਾਉਂਦੇ ਆ, ਉਹਨਾਂ ਨੂੰ ਲੜਾਉਂਦੇ ਆ। ਇਹ ਸਾਨੂੰ ਆਪ ਨੂੰ ਸਮਝ ਚਾਹੀਦੀ ਆ ਕਿ ਅਸੀਂ ਉਹਨਾਂ ਕੋਲੋਂ ਕੀ ਮੰਗਣਾ ਆ, ਉਹਨਾਂ ਦੇ ਮੋਹਰੇ ਸਵਾਲ ਕੀ ਰੱਖਣਾ ਆ। ਇਸ ਇਲਾਕੇ ਦੇ ਵਿੱਚ ਖਰਬੂਜਾ ਬਹੁਤ ਜ਼ਿਆਦਾ ਹੁੰਦਾ ਅਤੇ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਵੀ ਮੰਨੀ ਜਾਂਦੀ ਹੈ ਰੂਪੇਵਾਲ। ਦੂਸਰਾ ਆਲੂ ਬਹੁਤ ਜ਼ਿਆਦਾ ਹੁੰਦਾ ਤੇ ਕਿਸੇ ਵੇਲੇ, ਹੁਣ ਤੇ ਮੈਨੂੰ ਪਤਾ ਨਹੀਂ ਹੈ, ਪਰ ਕਿਸੇ ਵੇਲੇ ਦੁਆਬੇ ਦਾ ਇਹ ਹੁੰਦਾ ਸੀ ਕਿ ਦੋਨਾ ਤੇ ਮੰਜਕੀ ਏਰੀਆ, ਤੇ ਦੋਨੇ ਦੇ ਬੰਦੇ ਮੰਜਕੀ ਵਾਲਿਆਂ ਨੂੰ ਮਖੌਲ ਕਰਦੇ ਹੁੰਦੇ ਸੀ ਤੇ ਮੰਜਕੀ ਵਾਲੇ ਦੋਨੇ ਦੇ ਖੇਤਰ ਨੂੰ ਮਖੌਲ ਕਰਦੇ ਹੁੰਦੇ ਸੀ। ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਇੱਕ ਮੁੱਦਾ ਉਠਾਉਣਾ ਚਾਹੁੰਦਾ। ਭਾਈ ਨਿਰਮਲ ਸਿੰਘ ਖਾਲਸਾ ਜੀ ਜੋ ਹਜ਼ੂਰੀ ਰਾਗੀ ਸੀ, ਉਹਨਾਂ ਦਾ ਕਰੋਨਾ ਕਾਲ ਦੇ ਵਿੱਚ ਦੇਹਾਂਤ ਹੋ ਗਿਆ ਸੀ। ਉਹਨਾਂ ਦੇ ਨਾਂ 'ਤੇ ਲੋਹੀਆਂ ਖਾਸ ਦੇ ਵਿੱਚ ITI ਬਣ ਰਹੀ ਆ, ਜਿੱਥੇ ਕਿ ਬਹੁਤ ਹੀ ਘਟੀਆ ਦਰਜੇ ਦਾ ਜਿਹੜਾ ਮਟੀਰੀਅਲ ਆ ਯੂਜ਼ ਕੀਤਾ ਜਾ ਰਿਹਾ। ਅਸੀਂ ਮੀਡੀਆ ਨੂੰ ਲੈ ਕੇ ਉੱਥੇ ਪਹੁੰਚ ਕੀਤੀ, ਉਹ ਕੰਮ ਵੀ ਰੁਕਵਾਇਆ, ਪਰ ਅਜੇ ਵੀ ਉੱਤੇ ਕੋਈ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਯੋਗ ਕਾਰਵਾਈ ਨਹੀਂ ਹੋਈ। ਕਿਉਂਕਿ ਅਸੀਂ ਉੱਥੇ ਸਾਡੇ ਬੱਚੇ ਪੜ੍ਹਨੇ ਆ, ਹਰ ਕਿਸੇ ਦੇ ਬੱਚੇ ਪੜ੍ਹਨੇ ਆ, ਉਹ ਕਿਸੇ ਪਾਰਟੀ ਨਾਲ ਸੰਬੰਧਿਤ ਨਹੀਂ ਹੈਗਾ। ਕਿਉਂਕਿ ਕੋਈ ਵੀ ਬੱਚਾ ਉੱਥੇ ਪੜ੍ਹ ਸਕਦਾ, ਕਿਸੇ ਵੀ ਧਰਮ ਦਾ ਪੜ੍ਹ ਸਕਦਾ। ਔਰ ਅਸੀਂ ਜੇ ਉਹ ਬਿਲਡਿੰਗ ਵਧੀਆ ਹੋਊਗੀ ਤਾਂ ਫਿਰ ਹੀ ਸਾਡੇ ਬੱਚੇ ਉੱਥੇ ਮਹਿਫੂਜ਼ ਰਹਿਣਗੇ। ਕਿਉਂਕਿ ਅਸੀਂ ਉਹ ਬੱਚਿਆਂ ਦੇ ਪੜ੍ਹਨ ਵਾਸਤੇ ਬਣਾ ਰਹੇ ਹਾਂ, ਨਾ ਕਿ ਕਬਰਸਤਾਨ ਬਣਾ ਰਹੇ ਹਾਂ। ਉੱਥੇ ਜਿਹੜੀ ਮਿੱਟੀ ਆ ਉਹ 'ਤੇ ਕੰਪੈਕਸ਼ਨ ਨਹੀਂ ਕੀਤੀ ਗਈ, ਉੱਦਾਂ ਹੀ ਉੱਤੇ ਨੀਆਂ ਭਰ ਦਿੱਤੀਆਂ ਗਈਆਂ ਹੈਗੀਆਂ। ਜਿਹੜਾ ਥੱਲੇ 6 ਇੰਚ ਕੰਕਰੀਟ ਕਰਨੀ ਸੀਗੀ ਵੱਟਾ ਪਾ ਕੇ, ਉਹ ਕੰਕਰੀਟ ਨਹੀਂ ਕੀਤੀ ਗਈ। ਅਸੀਂ ਵੈਸੇ ਹੀ ਹੱਥ ਨਾਲ ਜਾਂ ਪੈਰ ਦਬਾਉਂਦੇ ਸੀਗੇ, ਉਹ ਨੀਆਂ ਦੇ ਵਿੱਚ ਸਾਡਾ ਪੈਰ ਚਲੇ ਜਾਂਦਾ ਸੀ। ਵੱਡੇ ਪੱਧਰ 'ਤੇ ਮੁੱਦਾ ਉਠਾਇਆ, ਪਰ ਪ੍ਰਸ਼ਾਸਨ ਖਾਮੋਸ਼ ਆ। ਅਸੀਂ ਚਾਹੁੰਦੇ ਹਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਸੀਂ ਇਸ ਮੁੱਦੇ ਨੂੰ ਹੋਰ ਉਭਾਰੋ, ਤਾਂ ਕਿ ਆਉਣ ਵਾਲੇ ਸਮੇਂ 'ਚ ਜਿਹੜੀ ITI ਬਣ ਰਹੀ ਆ, ਸਾਡੇ ਬੱਚੇ ਉੱਥੇ ਮਹਿਫੂਜ਼ ਰਹਿਣ, ਪੜ੍ਹਨ, ਨਾ ਕਿ ਉਹਦੀਆਂ ਬਿਲਡਿੰਗਾਂ ਜਿਹੜੀਆਂ ਬਣਨ ਤੋਂ ਬਾਅਦ ਉਹ ਡਿੱਗ ਜਾਣ। ਜਦੋਂ ਤੁਸੀਂ ਇੱਕ ਮੁੱਦੇ ਨੂੰ ਲੈ ਕੇ ਆਉਂਦੇ ਹੋ ਤੇ ਉਸ ਦੇ ਵਿੱਚੋਂ 10 ਮੁੱਦੇ ਹੋਰ ਨਿਕਲ ਜਾਂਦੇ ਨੇ। ਇਹ ਉਸ ਦੀ ਇੱਕ ਉਦਾਹਰਣ ਹੈ। ਇਸ ਦੇ ਬਾਰੇ ਉਮੀਦ ਇਹੋ ਕਰਦੇ ਹਾਂ ਕਿ ਸਰਕਾਰ ਇਸ ਖਬਰ ਦੇ ਉੱਤੇ ਧਿਆਨ ਦੇਵੇ। ਮੈਨੂੰ ਲੱਗਦਾ ਕਿ ਸਭ ਤੋਂ ਬਿਹਤਰ ਕੀ ਹੋਣਾ ਚਾਹੀਦਾ, ਸਿਰਫ ਇੱਕ ਚੀਜ਼ ਹੋਣੀ ਚਾਹੀਦੀ ਹੈ ਕਿ ਜਿਹੜੀ ਸਟੇਜ ਸਜਾ ਕੇ ਰਾਜੂ ਸਾਊਂਡ ਲਗਾਇਆ ਹੁੰਦਾ ਤੇ ਆਪਣੀ ਗੱਲ ਲੋਕਾਂ ਨੂੰ ਸੁਣਾ ਰਹੇ ਹੁੰਦੇ ਹੋ, ਉਹ ਸਾਊਂਡ ਬੰਦ ਕਰਕੇ ਉਹ ਰਾਜੂ ਸਾਊਂਡ ਲੋਕਾਂ ਦੇ ਅੱਗੇ ਲਾ ਦਿਓ ਅਤੇ ਲੋਕਾਂ ਦੀ ਸੁਣੋ। ਫਿਰ ਪਤਾ ਲੱਗੇਗਾ ਕਿ ਮਾਹੌਲ ਕੀ ਹੈ ਅਤੇ ਲੋਕਾਂ ਦੀਆਂ ਮੰਗਾਂ ਕੀ ਨੇ, ਦੁਸ਼ਵਾਰੀਆਂ ਕੀ ਨੇ। ਖੇਤੀਬਾੜੀ ਦੇ ਉੱਤੇ ਆਪਾਂ ਦੁਬਾਰਾ ਆਉਂਦੇ ਹਾਂ। ਜਿਵੇਂ ਆਲੂ ਇੱਥੇ ਬਹੁਤ ਜ਼ਿਆਦਾ ਆ, ਖਰਬੂਜਾ ਬਹੁਤ ਜ਼ਿਆਦਾ ਆ। ਮੰਡੀ ਜਾਂ ਮਾਰਕੀਟਿੰਗ ਜਾਂ ਉਸ ਤਰ੍ਹਾਂ ਦੀ ਸਹੂਲਤਾਂ ਨੂੰ ਲੈ ਕੇ ਤੁਹਾਡਾ ਸਾਰਾ ਇੱਥੋਂ ਦਾ ਬੰਦੋਬਸਤ ਕਿਵੇਂ ਦਾ, ਜਾਂ ਉਸ ਦੇ ਵਿੱਚ ਕੋਈ ਸੁਧਾਰ ਕਰਨਾ ਹੋਵੇ? ਸਾਡੇ ਜਿੱਦਾਂ ਬਹੁਤ ਇੱਥੇ ਮੰਡੀ ਦੀ ਵੱਡੀ ਖਰਬੂਜੇ ਦੀ, ਅਤੇ ਉਹਦੇ ਵਿੱਚ ਸੁਧਾਰਾਂ ਦੀ ਵੀ ਵੈਸੇ ਬਹੁਤ ਜ਼ਰੂਰਤ ਪੈਂਦੀ ਆ। ਕਿਉਂ ਜਿੱਦਾਂ ਜ਼ਿਮੀਂਦਾਰ ਖਰਬੂਜੇ ਦੀਆਂ ਟਰਾਲੀਆਂ ਲੈ ਕੇ ਆਉਂਦਾ, ਉੱਥੇ ਟ੍ਰੈਫਿਕ ਜਾਮ ਹੋ ਜਾਂਦਾ, ਉਹਨਾਂ ਨੂੰ ਕੋਈ ਮੋਹਰੇ ਸਿਸਟਮ ਹੈ ਨਹੀਂ ਗਾ ਖੜੀਆਂ ਕਰਦਾ, ਅਤੇ ਉਹਦੇ ਨਾਲ ਦਿੱਕਤਾਂ ਬਹੁਤ ਜ਼ਿਆਦੀਆਂ। ਬਾਕੀ ਸਾਨੂੰ ਹੋਰ ਮੰਡੀਕਰਨ ਦਾ ਵੀ ਬਹੁਤ ਪ੍ਰੋਬਲਮ ਆਉਂਦੀ ਆ। ਆੜ੍ਹਤੀਏ ਜਿੱਦਾਂ ਹੈਗੇ ਆ, ਉਹ ਕੋਈ ਪੂਰੇ ਸਹੀ ਨਹੀਂ ਹੈਗੇ, ਅਤੇ ਕਈ ਪ੍ਰੋਬਲਮਾਂ ਹੈਗੀਆਂ ਜਿਹੜੀਆਂ ਸਾਨੂੰ ਇੱਥੇ ਆਉਂਦੀਆਂ ਮੰਡੀਕਰਨ ਦੀਆਂ। ਜਦੋਂ ਵੀ ਕੋਈ ਫਸਲ ਜਿਹੜੀ ਹੈ ਵੱਢ ਕੇ ਮੰਡੀ ਦੇ ਵਿੱਚ ਜਾਂਦੀ, ਬਾਜ਼ਾਰ ਦੇ ਵਿੱਚ ਜਾਂਦੀ ਹੈ, ਸਭ ਤੋਂ ਵੱਡੀ ਜਿਹੜੀ ਘਾਟ ਉਹ ਹੁਣ ਤੱਕ ਇਹੀ ਹੈ ਵੀ MSP ਦਾ ਹਜੇ ਤੱਕ ਕੋਈ ਸਰਕਾਰ ਨੂੰ ਫਿਕਰ ਨਹੀਂ ਗਾ ਇਸ ਪਾਸੇ। ਜੋ ਹੁਣ ਦੇਖੀਏ ਆਪਾਂ, ਕਿਸਾਨ ਭਰਾ ਵੀ ਸਾਡੇ ਉੱਥੇ ਇਸੇ ਗੱਲ 'ਤੇ ਅੜੇ ਹੋਏ ਨੇ, ਜਿੱਦ ਬੈਠੇ ਨੇ ਵੀ ਅਸੀਂ MSP ਵੀ ਨਾਲ ਦੀ ਨਾਲ ਇਹ ਮੁੱਦਾ ਹੱਲ ਕਰਵਾ ਕੇ ਲਿਜਾਣਾ ਵਾ।
ਕਿਉਂਕਿ ਜ਼ਿਮੀਂਦਾਰ ਪੁੱਤਾਂ ਵਾਂਗੂ ਆਪਣੀ ਫਸਲ ਪਾਲਦੇ ਆ, ਬੜੀ ਮਿਹਨਤ ਕਰਦੇ ਆ, ਰਾਤ ਦਿਨ ਉੱਥੇ ਜਾਣਾ ਪੈਂਦਾ ਆਪਣੇ ਖੇਤਾਂ ਦੇ ਵਿੱਚ। ਫਸਲ ਪੱਕ ਕੇ ਤਿਆਰ ਹੋ ਜਾਂਦੀ, ਕਈ ਵਾਰੀ ਤਾਂ ਚਲੋ ਕੁਦਰਤ ਦੀ ਮਾਰ ਵੀ ਪੈਂਦੀ, ਉਹ ਜ਼ਿਮੀਂਦਾਰ ਨੂੰ ਹੀ ਪੈਂਦੀ ਆ, ਪਰ ਜੋ ਸਰਕਾਰ ਨੇ ਜਿਹੜੇ ਆ ਇਸ ਮੌਕੇ ਤੇ ਜਦੋਂ ਫਸਲ ਪੱਕ ਕੇ ਮੰਡੀ ਦੇ ਵਿੱਚ ਪਹੁੰਚ ਜਾਂਦੀ, ਸਰਕਾਰ ਨੇ ਹੱਥ ਫੜਨੇ ਹੁੰਦੇ ਆ ਨਾ, ਸਰਕਾਰ ਉਸ ਵੇਲੇ ਹੱਥ ਪਿੱਛੇ ਕਰ ਲੈਂਦੀ ਆ ਤੇ ਜ਼ਿਮੀਂਦਾਰ ਜਿਹੜੀ ਫਸਲ ਕਹਿੰਦੇ ਵੇਚਣ ਨਹੀਂ ਜਾਂਦਾ, ਸੁੱਟਣ ਨਹੀਂ ਜਾਂਦਾ ਫਿਰ, ਕਿਉਂਕਿ ਮਰਜ਼ੀ ਉੱਥੋਂ ਦੇ ਜਿਹੜੇ ਬੋਲੀਕਾਰ ਆ, ਜਿਹੜੇ ਮਤਲਬ ਡੀਲਰ ਆ ਜਾਂ ਜਿਹੜੇ ਖਰੀਦਦਾਰ, ਮਰਜ਼ੀ ਉਹਨਾਂ ਦੀ ਹੁੰਦੀ। ਜ਼ਿਮੀਂਦਾਰ ਦੀ ਕਦੇ ਵੀ ਫਸਲ ਵੇਚਣ ਲੱਗਿਆ ਮਰਜ਼ੀ ਨਹੀਂ ਹੁੰਦੀ, ਚਾਹੇ ਉਹ ਖਰਬੂਜਾ, ਹਦਵਾਣਾ, ਮੱਕੀ, ਕਪਾਹ, ਸਰੋਂ ਜੋ ਵੀ ਲਾ ਲਈਏ, ਇਹਨਾਂ ਚੀਜ਼ਾਂ ਦੀ ਤਾਂ ਹੀ ਪੈਦਾਵਾਰ ਘਟਦੀ ਜਾ ਰਹੀ ਹੈ ਕਿਉਂਕਿ ਸਾਨੂੰ ਵਾਜਬ ਮੁੱਲ ਨਹੀਂ ਮਿਲ ਰਹੇ। ਸਰਕਾਰ ਨੂੰ MSP ਤੇ ਜ਼ਰੂਰ ਧਿਆਨ ਦੇਣਾ ਚਾਹੀਦਾ, ਚਾਹੇ ਉਹ ਕੇਂਦਰ ਦੀ ਸਰਕਾਰ ਆ ਚਾਹੇ ਰਾਜ ਸਰਕਾਰ ਆ, ਆਪਣੇ ਆਪਣੇ ਲੈਵਲ ਤੇ ਸਭ ਤੋਂ ਵੱਡਾ ਜਿਹੜਾ ਵਾ ਵੀ ਇਹਨੂੰ ਸਟੋਰ ਕਰਨ ਦੇ ਵੀ ਜਿਹੜੇ ਆ ਉਹ ਸਾਧਨ ਜਿਹੜੇ ਆ ਉਹ ਪ੍ਰੋਵਾਈਡ ਕਰਵਾਉਣੇ ਚਾਹੀਦੇ ਸਰਕਾਰ ਨੂੰ, ਪਿੰਡਾਂ ਦੇ ਵਿੱਚ ਜਾਂ ਹਰ ਹਲਕਾ ਵਾਈਜ਼ ਹੋ ਜਾਣ, ਡਿਸਟ੍ਰਿਕਟ ਵਾਈਜ਼ ਵੀ ਸਾਨੂੰ ਕਿਤੇ ਕਿਤੇ ਜਾ ਕੇ ਸਟੋਰ ਕਰਨ ਲਈ ਮਿਲਦੇ ਆ ਇਹੋ ਜਿਹੇ ਸਾਧਨ, ਪਰ ਇਹ ਥੱਲੇ ਛੋਟੇ ਲੈਵਲ ਤੇ ਵੀ ਹੋਣਾ ਚਾਹੀਦਾ ਵਾ, ਸਟੋਰ ਜ਼ਰੂਰ ਹੋਣਾ ਚਾਹੀਦਾ ਤਾਂ ਕਿ ਅੱਜ ਜੇ ਫਸਲ ਜਿਹੜੀ ਉਹ 10 ਰੁਪਏ ਦੀ ਵਿਕ ਰਹੀ ਆ ਤੇ ਆਉਣ ਵਾਲੇ ਮਹੀਨੇ ਬਾਅਦ ਜਾਂ ਆਉਣ ਵਾਲੇ 20 ਦਿਨਾਂ ਤੱਕ ਇਹੀ ਫਸਲ ਜਦੋਂ ਜ਼ਿਮੀਂਦਾਰ ਕੋਲੋਂ ਅੱਗੇ ਨਿਕਲ ਜਾਂਦੀ ਹੈ ਤੇ ਇਹੀ ਫਸਲ ਜਿਹੜੀ ਆ ਉਹ ਚੀਜ਼ ਜਿਹੜੀ ਆ ਉਹ ਮੰਡੀ ਦੇ ਵਿੱਚ ਜਾ ਕੇ ਜਾਂ ਦੁਕਾਨਾਂ ਤੇ ਜਾ ਕੇ ਉਹ 100 ਰੁਪਏ 150 ਰੁਪਏ ਦੀ ਹੋ ਜਾਂਦੀ ਆ। ਵੀ ਜਿਹੜਾ ਇੰਨਾ ਫਰਕ ਆ, ਇਹ ਫਰਕ ਘੱਟ ਹੋਣਾ ਚਾਹੀਦਾ। ਦੇਖੋ ਜ਼ਿਮੀਂਦਾਰ ਦੇ ਵੀ ਪੱਲੇ ਪੈਣਾ ਚਾਹੀਦਾ, ਅੱਗੇ ਜਿਹੜੇ ਆਪਣੇ ਜੋ ਵੀ ਲਾ ਲਓ ਖਰੀਦਦਾਰ ਨੇ ਉਹਨਾਂ ਦਾ ਵੀ ਹਿੱਸਾ ਉਹਨਾਂ ਨੂੰ ਮਿਲਣਾ ਚਾਹੀਦਾ। ਚਲੋ ਸਰਕਾਰ ਨੇ ਤਾਂ ਆਪਣਾ ਹਿੱਸਾ ਲੈਣਾ ਹੀ ਹੁੰਦਾ ਕਿਉਂਕਿ ਟੈਕਸ ਅਸੀਂ ਬਚਪਨ ਤੋਂ ਹੀ ਭਰਦੇ ਆ ਰਹੇ, ਪਰ ਜਿਹੜਾ ਉਹਦੀ ਆਊਟਪੁੱਟ ਆ ਉਹ ਸਾਨੂੰ ਹਜੇ ਤੱਕ ਨਹੀਂ ਵੇਖਣ ਨੂੰ ਮਿਲੀ ਵੀ ਸਰਕਾਰ ਉਹਦੀ ਆਊਟਪੁੱਟ ਸਾਨੂੰ ਕੀ ਦੇ ਰਹੀ ਆ, ਉਹਦੀ ਸਭ ਤੋਂ ਵੱਡੀ ਘਾਟ ਆ ਜੀ। ਗੌਰਵ ਕੁਮਾਰ ਸੀਚੇਵਾਲ ਪਿੰਡ ਦੇ ਸਰਕਾਰੀ ਸਕੂਲ ਦੇ ਮਾਸਟਰ ਨੇ, ਇਹ ਵੀ ਆਪਣੀ ਗੱਲ ਰੱਖਣਾ ਚਾਹੁੰਦੇ ਨੇ ਤੇ ਆਪਾਂ ਇਹਨਾਂ ਦੀ ਗੱਲ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਸਮੇਟਾਂਗੇ। ਮਸਲੇ ਤਾਂ ਬਹੁਤ ਹੁੰਦੇ ਨੇ, ਪਰ ਜੋ ਅਹਿਮ ਮਸਲੇ ਆ ਜੇ ਉਹੀ ਕਵਰ ਕਰ ਲੈਣ ਸਰਕਾਰਾਂ ਤੇ ਜਿਹੜਾ ਜ਼ਮੀਨੀ ਸਤਰ ਤੇ ਲੋਕਾਂ ਦਾ ਰਹਿਣ ਦਾ ਪ੍ਰਬੰਧ ਹੈ ਉਹ ਵਧੀਆ ਹੋ ਜਾਂਦਾ ਹੈ। ਕੁਦਰਤੀ ਸੋਮਾ ਜਿਹੜਾ ਪਾਣੀ ਆ, ਜੇਕਰ ਉਹਦੀ ਨਾ ਸੰਭਾਲ ਕੀਤੀ ਤਾਂ ਅਸੀਂ ਕੁਝ ਵੀ ਨਹੀਂ ਆ। ਫਿਰ ਇਹ ਜਿਹੜੇ ਆਪਾਂ ਘਰਾਂ, ਕੋਠੀਆਂ, ਖੇਤਾਂ ਦੇ ਸਭ ਦੇ ਮਾਲਕ ਬਣੇ, ਕੁਝ ਨਹੀਂ, ਇਹਨਾਂ ਨੂੰ ਅਸੀਂ ਖਾ ਨਹੀਂ ਸਕਦੇ। ਪਾਣੀ ਦੀ ਲੋੜ ਪਾਣੀ ਪੂਰੀ ਕਰ ਸਕਦਾ ਹੈ, ਕੋਈ ਹੋਰ ਨਹੀਂ ਪੂਰਾ ਕਰ ਸਕਦਾ। ਇਹਦੇ ਵੱਲ ਬਿਲਕੁਲ ਧਿਆਨ ਦਿੱਤਾ ਜਾਵੇ। ਜਿਹੜੀਆਂ ਕੁਦਰਤੀ ਚੀਜ਼ਾਂ ਉਹਨਾਂ ਵੱਲ ਸਾਡਾ ਕੋਈ ਧਿਆਨ ਨਹੀਂ ਹੈਗਾ। ਸਰਕਾਰਾਂ, ਲੁਧਿਆਣੇ ਦੇ ਵਿੱਚ ਮੈਂ ਦੇਖਿਆ ਧੜਾ ਧੜ ਫੈਕਟਰੀਆਂ ਦੇ ਵਿੱਚੋਂ ਗੰਦਾ ਪਾਣੀ ਨਿਕਲ ਰਿਹਾ ਤੇ ਕੋਈ ਧਿਆਨ ਨਹੀਂ। ਉੱਥੋਂ ਦੇ ਸਰਕਾਰਾਂ MLA ਨੂੰ ਕਿਹਾ ਜਾਂਦਾ ਤੇ ਉਹ ਕਹਿ ਦਿੰਦੇ ਇਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ, ਜਦ ਕਿ ਸਭ ਕੁਝ ਹੋ ਸਕਦਾ। ਟਰੀਟਮੈਂਟ ਪਲਾਂਟ ਅੰਦਰ ਲੱਗੇ ਤਾਂ ਸਭ ਕੁਝ ਪਾਣੀ ਸਾਫ਼ ਹੋ ਕੇ ਬਾਹਰ ਨਿਕਲਦਾ, ਪਰ ਬਿਲਕੁਲ ਨਹੀਂ ਧਿਆਨ ਦਿੱਤਾ ਜਾਂਦਾ। ਖਾਸ ਕਰਕੇ ਮੈਂ ਇਹ ਦੇਖਿਆ ਲੁਧਿਆਣੇ ਦੇ ਵਿੱਚ। ਬਾਕੀ ਉਹਦੇ ਨਾਲ ਕੀ ਹੋ ਗਿਆ, ਧਰਤੀ ਨੂੰ ਕੈਂਸਰ ਹੋ ਰਿਹਾ। ਜੇ ਧਰਤੀ ਨੂੰ ਹੀ ਕੈਂਸਰ ਹੋ ਗਿਆ ਤੇ ਮਨੁੱਖਾਂ ਨੂੰ ਤਾਂ ਹੋਣਾ ਹੀ ਹੋਣਾ। ਇਹ ਚਾਣ ਵਾਲੀ ਚੀਜ਼ ਆ ਵੀ ਇਹ ਕਹਿੰਦੇ ਵੀ ਚਲੋ ਟਾਈਮ ਲੰਘਾਈ ਜਾਂਦੇ, ਇੱਕ ਦਿਨ ਇਹ ਪ੍ਰੋਬਲਮ ਅੱਗੇ ਆ ਕੇ ਸਾਡੇ ਜਿੱਦਣ ਖੜੀ ਹੋ ਗਈ ਫਿਰ ਅਸੀਂ ਸੋਚਣਾ ਕੀ ਕਰੀਏ। ਬਾਬੂ ਫਿਰੋਜ਼ਦੀਨ ਸ਼ਰਫ ਉਹਨਾਂ ਦੀਆਂ ਸਤਰਾਂ ਨੇ ਕਿ ਮੇਰੇ ਸੋਹਣੇ ਦੇਸਾਂ ਅੰਦਰ ਦੇਸ ਪੰਜਾਬ ਨਹੀਂ ਸਈਓ, ਜਿਵੇਂ ਫੁੱਲਾਂ ਅੰਦਰ ਫੁੱਲ ਗੁਲਾਬ ਨਹੀਂ ਸਈਓ। ਪਿੰਡ ਸੀਚੇਵਾਲ ਦੇ ਇਹ ਸਾਰੇ ਬਾਸ਼ਿੰਦੇ, ਇੱਥੋਂ ਦੇ ਵਾਸੀ ਜੋ ਤਹਈਆ ਕਰਨਾ ਚਾਹੁੰਦੇ ਨੇ ਉਹ ਤਹਈਏ ਦਾ ਮੂਲ ਭਾਵ ਇਹੋ ਹੈ। ਗੁਰੂ ਨਾਨਕ ਪਾਤਸ਼ਾਹ ਨੇ ਜੋ ਸਾਨੂੰ ਬਖਸ਼ਿਸ਼ ਕੀਤੀ ਉਸ ਦੇ ਉੱਤੇ ਪਹਿਰਾ ਦੇਣ ਦੀ ਲੋੜ ਹੈ ਅਤੇ ਇਸ ਪਿੰਡ ਦੀ ਬੁਨਿਆਦੀ ਗੱਲਾਂ ਦੇ ਵਿੱਚ ਜੋ ਗੱਲਾਂ ਨਿਕਲ ਕੇ ਆਈਆਂ ਨੇ, ਉਮੀਦ ਹੈ ਕਿ ਸਰਕਾਰ ਆਪਣੀ ਮੈਨੀਫੈਸਟੋ ਦੇ ਅੰਦਰ ਉਹਨਾਂ ਨੂੰ ਸ਼ਾਮਲ ਕਰ ਲਵੇ। ਚੋਣ ਜਾਬਤਾ ਹੋਣ ਤੋਂ ਬਾਅਦ ਬਹੁਤ ਸਾਰੇ ਬਹਾਨੇ ਬਣ ਜਾਣਗੇ ਕਿ ਅਸੀਂ ਇਹ ਨਹੀਂ ਕਰ ਸਕਦੇ ਅਤੇ ਉਸ ਤੋਂ ਬਾਅਦ ਕਰਾਂਗੇ, ਅਤੇ ਫਿਰ ਸਰਕਾਰ ਆ ਜਾਏਗੀ ਆਪਣੀ ਕਾਰਗੁਜ਼ਾਰੀ ਦੇ ਵਿੱਚ ਅਤੇ ਉਸ ਤੋਂ ਬਾਅਦ ਫਿਰ 5 ਸਾਲ ਇਸੇ ਤਰ੍ਹਾਂ ਕੱਢ ਦੇਵੇਗੀ। ਉਮੀਦ ਹੈ ਕਿ ਉਸ ਤੋਂ ਪਹਿਲਾਂ ਇਸ ਮਸਲੇ ਦਾ ਹੱਲ ਹੋਵੇ ਕਿ ਚਿੱਟੀ ਵੇਈ ਦਾ ਅਸਰ ਜੋ ਇਸ ਪਿੰਡ ਤੱਕ ਪੈ ਰਿਹਾ ਹੈ ਉਹਦਾ ਕੋਈ ਨਾ ਕੋਈ ਹੱਲ ਹੋਵੇ। ਡਰੇਨਾਂ ਉਹ ਸਾਰੀਆਂ ਦੇ ਵਿੱਚ ਸਾਫ਼ ਤੇ ਸ਼ੁੱਧ ਪਾਣੀ ਨੂੰ ਬਹਾਲ ਕੀਤਾ ਜਾਵੇ, ਇਸ ਦਾ ਹੱਲ ਹੋਵੇ। ਸਿੱਖਿਆ ਦਾ ਹੱਲ ਹੋਵੇ, ਸਿਹਤ ਦਾ ਹੱਲ ਹੋਵੇ, ਐਜੂਕੇਸ਼ਨ ਦਾ ਹੱਲ ਹੋਵੇ, ਬੀਬੀਆਂ ਦੇ ਸਾਰੇ ਮਸਲਿਆਂ ਦਾ ਹੱਲ ਹੋਵੇ। ਬੀਬੀਆਂ ਦਾ ਕਹਿਣਾ ਇਹੋ ਸੀ ਕਿ ਸਾਨੂੰ 1000 ਰੁਪਈਆ ਨਹੀਂ ਚਾਹੀਦਾ, ਖੈਰਾਤ ਕੋਈ ਵੀ ਨਹੀਂ ਚਾਹੁੰਦਾ। ਖੁਦਾਰ ਬੰਦਾ ਖੈਰਾਤ ਨਹੀਂ ਮੰਗਦਾ, ਖੁਦਾਰ ਬੰਦਾ ਮੰਗਦਾ ਹੈ ਕਿ ਉਸ ਦੀ ਮੂਲ ਜ਼ਿੰਦਗੀ ਨੂੰ ਸਵਾਰਨ ਦੇ ਲਈ ਜੋ ਉਸ ਦਾ ਹੱਕ ਹੈ ਉਹ ਹੱਕ ਉਹਨਾਂ ਤੱਕ ਪਹੁੰਚਾਇਆ ਜਾਵੇ। ਉਮੀਦ ਹੈ ਕਿ ਚੰਡੀਗੜ੍ਹ ਦੇ ਸਿਆਸੀ ਗਲਿਆਰੇ ਇਸ ਗੱਲ ਨੂੰ ਸਮਝਣਗੇ। ਇਸ ਦੇ ਨਾਲ ਹੀ ਆਪਣੇ ਮਿੱਤਰ ਹਰਪ੍ਰੀਤ ਸਿੰਘ ਕਾਲੂ ਨੂੰ ਦਿਓ ਆਗਿਆ। ਅਗਲੀ ਵਾਰ ਫਿਰ ਕਿਸੇ ਪਿੰਡ ਦੇ ਵਿੱਚ ਪਹੁੰਚਾਂਗੇ ਚੋਣ ਪੰਚਾਇਤ ਲੈ ਕੇ ਅਤੇ ਸਮਝਾਂਗੇ ਕਿ ਉਸ ਪਿੰਡ ਦੇ ਲੋਕ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਵੇਖਦੇ ਨੇ ਅਤੇ ਉਸ ਪਿੰਡ ਦੇ ਲੋਕ ਆਉਣ ਵਾਲੀ ਸਰਕਾਰ ਤੋਂ ਕੀ ਉਮੀਦ ਰੱਖਦੇ ਨੇ। ਸਤਿ ਸ਼੍ਰੀ ਅਕਾਲ।